ਸ਼ਲੋਕ ਮਹਿਲਾ ਪੰਜਵਾਂ। ਚੰਗਿਆਈ ਆਲਕ ਕਰੇ, ਬੁਰਿਆਈ ਹੋਏ ਸ਼ੇਰ। ਨਾਨਕ ਅੱਜ ਕੱਲ ਆਵਸੀ, गाफल फाही पेर। चंगियाई और बुराई बिंदी ला के पढ़ना ही है और बिंदी लगी हुई है। यह जो पिछे शेर शब्द ना, शेर, इनू जे शेर पढ़ांगे तो फिर हो जाएगा किलो, जिहड़ा हुंदा कच्चा शेर। इत्थे सस्से दे पैर थले बिंदी लगा के इसका उच्चारण होएगा शेर। चंगियाई आलक करे, बुरियाई होए शेर। चंगियाइयां दा मतलब, चंगियाई दा मतलब चंगे काम करने, ते बुराई दा मतलब भैड़े कामां विच। आलक दा अर्थ इत्थे हैगा आलस, ते शेर दा मतलब दलेर, शेर हो जाना, दलेर हो जाना, उद्यम करना। तां गुरु जी कहंदे ने जो गाफल मनुख है, चंगे कामां दे विच आलस करदा है और भैड़े कामां वास्ते शेर हुंदा है। चंगे कामां लई आलस और माड़े कामां वास्ते शेर हुंदा है। और हकीकत है ਇਹ ਸਾਡੀ जो दुनिया है ਜਾਂ ਸਾਡਾ ਮਨ ਹੈ ਤਾਂ ਨੈਗੇਟਿਵ ਪਾਸੇ ਜ਼ਿਆਦਾ ਜਾਂਦਾ ਹੈ, ਪੋਜ਼ਿਟਿਵ ਵਾਲੇ ਪਾਸੇ ਘਟ ਜਾਂਦਾ ਹੈ। ਆਮ ਬੰਦੇ ਦੇ ਵਿੱਚ ਤੁਸੀਂ ਵੇਖੋਗੇ ਕਿ ਨੈਗੇਟਿਵ ਥਿੰਕਿੰਗ ਜ਼ਿਆਦਾ ਹੈ। ਆਮ ਜਦੋਂ ਅਸੀਂ ਗੱਲਬਾਤ ਕਰਦੇ ਹਾਂ ਤਾਂ ਅਸੀਂ ਕੋਈ ਨਾ ਕੋਈ ਕਮੀ, ਕੋਈ ਨਾ ਕੋਈ ਦੋਸ਼ ਹੀ ਲੱਭਦੇ ਹਾਂ। ਜਿਹੜੇ ਗੁਣ ਨੇ ਜਾਂ ਚੰਗਿਆਈ ਹੈ ਉਹ ਬਹੁਤ ਘੱਟ ਲੋਕ ਲੱਭਦੇ ਨੇ। ਦੂਜੀ ਗੱਲ, ਜੋ ਮਨੁੱਖ ਹੈ ਮਾੜੇ ਕੰਮਾਂ ਵੱਲ ਝੱਟ ਤੁਰ ਪੈਂਦਾ ਹੈ, ਲੇਕਿਨ ਚੰਗੇ ਕੰਮਾਂ ਵਾਸਤੇ ਇਹ ਦੇਰ ਕਰਦਾ ਹੈ। ਮਿਸਾਲ ਵਜੋਂ, ਝੂਠ ਬੋਲਣ ਲੱਗਿਆ 1 ਮਿੰਟ ਨਹੀਂ ਲਾਂਦਾ ਬੰਦਾ, ਈਰਖਾ ਕਰਨੀ ਹੋਏ 1 ਪਲ ਨਹੀਂ ਲਾਂਦਾ, ਕ੍ਰੋਧ ਦੇ ਨਾਲ ਕਿਸੇ ਨਾਲ ਲੜਨਾ ਹੋਏ 1 ਪਲ ਨਹੀਂ ਲਾਂਦਾ। ਸ਼ੇਰ ਹੈ, ਹਰ ਵਕਤ ਸ਼ੇਰ ਹੈ। ਲੇਕਿਨ ਸੱਚਾਈ, ਦਇਆ, ਪਿਆਰ, ਨਿਮਰਤਾ, ਇਨਸਾਨੀਅਤ, ਇਹਨਾਂ ਵਾਸਤੇ ਇਹਦੀ ਜ਼ਿੰਦਗੀ ਦੇ ਵਿੱਚ ਆਲਸ ਹੁੰਦਾ ਹੈ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਜੋ ਚੰਗੇ ਕੰਮ ਕਰਨ ਵਾਸਤੇ ਆਲਸ ਕਰਦਾ ਹੈ ਔਰ ਮਾੜੇ ਕੰਮ ਕਰਨ ਲਈ ਹਮੇਸ਼ਾ ਸ਼ੇਰ ਬਣਿਆ ਰਹਿੰਦਾ ਹੈ, ਉਹਦੀ ਹਾਲਾਤ ਕੀ ਹੋਏਗੀ? ਨਾਨਕ ਅੱਜ ਕੱਲ ਆਵਸੀ, ਗਾਫਲ ਫਾਹੀ ਪੇਰ। ਇੱਥੇ ਪੈਰ ਨਹੀਂ ਪੜਨਾ, ਪੜਨਾ ਹੈ ਪੇਰ, ਤੇ ਅਰਥ ਇਹਦਾ ਪੈਰ ਹੀ ਹੈ। ਨਾਨਕ ਅੱਜ ਕੱਲ ਆਵਸੀ, ਗਾਫਲ ਫਾਹੀ ਪੇਰ। ਫਾਹੀ ਦਾ ਮਤਲਬ ਫਾਹੀ ਵਿੱਚ, ਤੇ ਗਾਫਲ ਪੇਰ ਦਾ ਮਤਲਬ ਹੈ ਗਾਫਲ ਦਾ ਪੈਰ। ਗਾਫਲ ਦਾ ਪੈਰ, ਤਾਂ ਗਾਫਲ ਦਾ ਪੈਰ ਛੇਤੀ ਹੀ ਮੌਤ ਦੀ ਫਾਹੀ ਵਿੱਚ ਆ ਜਾਂਦਾ ਹੈ। ਜਿਹੜਾ ਇਨਸਾਨ ਚੰਗੇ ਕੰਮਾਂ ਵਾਸਤੇ ਆਲਸ ਕਰ ਰਿਹਾ ਹੈ, ਮਾੜੇ ਕੰਮਾਂ ਵਾਸਤੇ ਸ਼ੇਰ ਬਣਿਆ ਹੋਇਆ ਹੈ, ਜਿਸ ਦੀ ਸੋਚ ਨੈਗੇਟਿਵ ਹੈ, ਨੈਗੇਟਿਵਿਟੀ ਵਾਸਤੇ ਸ਼ੇਰ ਹੈ, ਲੇਕਿਨ ਪੋਜ਼ਿਟਿਵ ਥਿੰਕਿੰਗ ਵਾਸਤੇ ਆਲਸ ਕਰਦਾ ਰਹਿੰਦਾ ਹੈ, ਅੱਜ ਜਾਂ ਕੱਲ ਉਹਦਾ ਪੈਰ ਜਿਹੜਾ ਹੈ ਮੌਤ ਦੀ ਫਾਹੀ ਵਿੱਚ ਆ ਜਾਏਗਾ। ਯਾਨੀ ਉਹ ਦੁੱਖਾਂ ਦੇ ਵਿੱਚ ਘਿਰ ਜਾਏਗਾ, ਪਰੇਸ਼ਾਨੀਆਂ ਦੇ ਵਿੱਚ ਘਿਰ ਜਾਏਗਾ, ਔਰ ਆਖਿਰ ਐਸਾ ਬੰਦਾ ਆਤਮਕ ਮੌਤੇ ਮਰ ਜਾਂਦਾ ਹੈ। ਜੇ ਅਸੀਂ ਇਹਨੂੰ ਆਮ ਜ਼ਿੰਦਗੀ ਦੇ ਵਿੱਚ ਵਿਚਾਰੀਏ ਤਾਂ ਦੇਖੋ, ਜੋ ਲੋਕ ਆਲਸ ਕਰਦੇ ਨੇ ਕੰਮ ਕਰਨ ਲੱਗਿਆ, ਆਪਣਾ ਘਰ ਦਾ ਕੰਮ ਕਰਨ ਲੱਗਿਆ, ਉਹਨਾਂ ਦੇ ਘਰ ਦੇ ਕੰਮ ਵੱਧਦੇ ਚਲੇ ਜਾਂਦੇ ਨੇ, ਔਰ ਆਖਿਰ ਫਿਰ ਉਹਨਾਂ ਨੂੰ ਇਹ ਸਮਝ ਨਹੀਂ ਆਉਂਦੀ ਕਿ ਹੁਣ ਕਰੀਏ ਕੀ ਤੇ ਕਿਵੇਂ ਕਰੀਏ। ਜਿਹੜੇ ਬੱਚੇ ਆਪਣੇ ਹੋਮਵਰਕ ਰੋਜ਼ ਨਹੀਂ ਕਰਦੇ, ਰੋਜ਼ ਦੀ ਪੜ੍ਹਾਈ ਹਰ ਰੋਜ਼ ਨਹੀਂ ਕਰਦੇ, ਤਾਂ ਸਮਾਂ ਆਉਣ ਤੇ ਪੇਪਰਾਂ ਦੇ ਟਾਈਮ ਵਿੱਚ ਕਿੰਨਾ ਸਾਰਾ ਕੰਮ ਇਕੱਠਾ ਹੋ ਜਾਂਦਾ ਹੈ, ਤੇ ਫਿਰ ਉਹਨਾਂ ਨੂੰ ਸਮਝ ਨਹੀਂ ਆਉਂਦੀ ਕਿ ਕੀ ਕਰੀਏ, ਆਖਿਰ ਉਹ ਲੋਕ ਫੇਲ ਹੋ ਜਾਂਦੇ ਨੇ। ਇਸੇ ਤਰ੍ਹਾਂ ਜੋ ਇਨਸਾਨ ਸੱਚਾਈ, ਦਇਆ, ਧਰਮ ਆਦਿਕ ਇਹਨਾਂ ਗੁਣਾਂ ਵੱਲੋਂ ਆਲਸ ਕਰਦੇ ਰਹਿੰਦੇ ਨੇ ਔਰ ਮਾੜਾ ਕੰਮ ਸੋਚਦੇ ਰਹਿੰਦੇ ਨੇ, ਈਰਖਾ, ਦਵੇਸ਼, ਵੈਰ ਵਿਰੋਧ, ਉਹਨਾਂ ਦਾ ਪੈਰ ਫਾਹੀ ਵਿੱਚ ਫਸ ਜਾਂਦਾ ਹੈ। ਆਖਿਰ ਪਰੇਸ਼ਾਨੀਆਂ ਹੁੰਦੀਆਂ ਨੇ, ਪਰਿਵਾਰ ਟੁੱਟਦੇ ਨੇ, ਰਿਸ਼ਤੇ ਟੁੱਟਦੇ ਨੇ, ਔਰ ਬੰਦਾ ਹੋਰ ਬਹੁਤ ਸਾਰੀਆਂ ਮੁਸੀਬਤਾਂ ਸਹਿੜ ਲੈਂਦਾ ਹੈ, ਔਰ ਉਹਦੇ ਅੰਦਰੋਂ ਇਨਸਾਨੀਅਤ ਮਰ ਜਾਂਦੀ ਹੈ, ਆਖਿਰ ਜ਼ਮੀਰ ਮਰ ਜਾਂਦੀ ਹੈ, ਉਹਦੀਆਂ ਖੁਸ਼ੀਆਂ ਆਦਿ ਖਤਮ ਹੋ ਜਾਂਦੀਆਂ ਨੇ। ਮਹਿਲਾ ਪੰਜਵਾਂ। ਇਤੀਆਂ ਕੁਢੰਗ, ਗੁੱਝਾ ਥੀਐ ਨਾ ਹਿਤ। ਇਤੀਆਂ ਦਾ ਮਤਲਬ ਕਿੰਨੇ ਹੀ, ਕੁਢੰਗ ਦਾ ਮਤਲਬ ਭੈੜੇ ਢੰਗ। ਇੱਕ ਤਾਂ ਹੁੰਦਾ ਢੰਗ ਤੇ ਦੂਜਾ ਕੁਢੰਗ। ਕੁਢੰਗ ਦਾ ਮਤਲਬ ਭੈੜੇ ਢੰਗ, ਭੈੜੇ ਢੰਗ ਦਾ ਮਤਲਬ ਖੋਟੇ ਕਰਮ। ਗੁੱਝਾ ਦਾ ਮਤਲਬ ਲੁਕਿਆ ਹੋਇਆ, ਹਿਤ ਦਾ ਮਤਲਬ ਪਿਆਰ। ਇਹ ਸਾਡੇ ਖੋਟੇ ਕਰਮ ਨੇ, ਕਿਤੀਆਂ ਕੁਢੰਗ, ਸਾਡੇ
ਕਿੰਨੇ ਹੀ ਖੋਟੇ ਕਰਮ ਨੇ। ਗੁੱਝਾ ਥੀਏ ਨਾ ਹਿੱਤ, ਇਹਦੇ ਅਰਥ ਜਿਹੜੇ ਨੇ ਵਿਦਵਾਨਾਂ ਨੇ ਪਿਛਲੀ ਜੋ ਹਿੱਸਾ ਹੈ ਦੋ ਕੀਤੇ ਨੇ। ਇੱਕ ਤੇ ਹਿੱਤ ਕੀਤਾ ਹੈ ਮੋਹ, ਕਿ ਸਾਡੇ ਕਿੰਨੇ ਹੀ ਖੋਟੇ ਕਰਮ ਨੇ ਔਰ ਸਾਡੇ ਖੋਟੇ ਕਰਮਾਂ ਦਾ ਜਿਹੜਾ ਮੋਹ ਹੈ, हे ਪ੍ਰਭੂ, ਉਹ ਤੇਰੇ ਤੋਂ ਲੁਕਿਆ ਹੋਇਆ ਨਹੀਂ ਰਹਿੰਦਾ। ਇੱਕ ਤਾਂ ਇਹ ਮੀਨਿੰਗ ਕੀਤਾ ਹੈ, ਤੇ ਦੂਜਾ ਇਹਦਾ ਮੀਨਿੰਗ ਕੀਤਾ ਹੈ ਕੀਤੀਆਂ ਕੁਟੰਗ, ਕਿ ਸਾਡੇ ਕਿੰਨੇ ਹੀ ਮਾੜੇ ਕਰਮ ਨੇ, ਸਾਡੇ ਮਾੜੇ ਕਰਮ ਨੇ। ਗੁੱਝਾ ਥੀਏ ਨਾ ਹਿੱਤ, ਹਿੱਤ ਦਾ ਮਤਲਬ ਪਿਆਰ, ਪਰ हे ਪ੍ਰਭੂ, ਤੇਰਾ ਜਿਹੜਾ ਪਿਆਰ ਹੈ ਉਹ ਲੁਕਿਆ ਛਿਪਿਆ ਨਹੀਂ ਰਹਿੰਦਾ। ਤੂੰ ਹਮੇਸ਼ਾ ਹੀ ਸਾਰਿਆਂ ਦੇ ਨਾਲ ਪਿਆਰ ਕਰਦਾ ਹੈ, ਤੂੰ ਹਰ ਇੱਕ ਦੇ ਉੱਤੇ ਆਪਣੀ ਦਇਆ ਔਰ ਰਹਿਮਤ ਕਰ ਰਿਹਾ ਹੈ, ਲੇਕਿਨ ਸਾਡੇ ਜਿਹੜੇ ਢੰਗ ਨੇ ਉਹ ਹੀ ਮਾੜੇ ਨੇ ਔਰ ਸਾਡੇ ਕਰਮ ਜਿਹੜੇ ਨੇ ਉਹ ਮਾੜੇ ਨੇ, ਖੋਟੇ ਨੇ। ਤਾਂ ਦੋਵੇਂ ਹੀ ਜੇਕਰ ਅਰਥਾਂ ਨੂੰ ਅਸੀਂ ਲਈਏ ਤਾਂ ਉਹਦਾ ਭਾਵ ਇੱਕ ਹੀ ਨਿਕਲੇਗਾ ਕਿ ਪ੍ਰਭੂ ਹਮੇਸ਼ਾ ਹੀ ਰਹਿਮਤਵਾਨ ਹੈ ਔਰ ਸਾਡੇ ਜੋ ਮਾੜੇ ਕਰਮ ਨੇ ਉਹ ਕਦੇ ਵੀ ਗੁੱਝੇ ਹੋਏ ਨਹੀਂ ਰਹਿੰਦੇ, ਆਖਰ ਉਹਨਾਂ ਨੇ ਪ੍ਰਗਟ ਹੋ ਜਾਣਾ ਹੁੰਦਾ ਹੈ। ਚੰਗੇ ਕਰਮ ਵੀ ਪ੍ਰਗਟ ਹੋ ਜਾਂਦੇ ਨੇ, ਮਾੜੇ ਵੀ ਪ੍ਰਗਟ ਹੋ ਜਾਂਦੇ ਹਨ। ਜ਼ਮੀਨ ਦੇ ਵਿੱਚ ਬੀਜ ਬੀਜੋ, ਕਿਕਰਾਂ ਦੇ ਬੀਜੋ, ਅੰਗੂਰਾਂ ਦੇ ਬੀਜੋ, ਜੋ ਵੀ ਬੀਜੋਗੇ ਉਹਨਾਂ ਚੀਜ਼ਾਂ ਨੇ ਉਗ ਪੈਣਾ ਹੈ ਔਰ ਉਹ ਪ੍ਰਤੱਖ ਹੋ ਜਾਣੇ ਹਨ। ਇਸੇ ਤਰ੍ਹਾਂ ਜੋ ਸਾਡੀ ਮੈਂਟੈਲਿਟੀ ਹੈ, ਜੋ ਸਾਡੇ ਅੰਦਰ ਵਿਚਾਰਧਾਰਾ ਹੈ, ਜੋ ਵੀ ਅਸੀਂ ਪੈਦਾ ਕਰ ਲਈਏ, ਨੈਗੇਟਿਵ ਪੋਜ਼ਿਟਿਵ, ਚੰਗੀ ਜਾਂ ਮਾੜੀ, ਉਹਨੇ ਗੁੱਝੀ ਰਹਿਣਾ ਨਹੀਂ, ਸਾਡੇ ਬੋਲਾਂ ਵਿੱਚੋਂ, ਸਾਡੇ ਵਿਹਾਰ ਦੇ ਅੰਦਰੋਂ ਪ੍ਰਗਟ ਹੋ ਜਾਣੀ ਹੈ। ਤਾਂ ਕੋਈ ਵੀ ਕਰਮ ਗੁੱਝਾ ਹੋਇਆ ਸਾਡਾ ਰਹਿੰਦਾ ਨਹੀਂ। ਨਾਨਕ ਤੈ ਸਹਿ ਢੱਕਿਆ, ਮਨ ਮੈਂ ਸੱਚਾ ਮਿੱਤ। ਮਨ ਮੈਂ ਸੱਚਾ ਮਿੱਤ ਦਾ ਮਤਲਬ ਕਿ ਮਨ ਦੇ ਅੰਦਰ ਸੱਚਾ ਮਿੱਤਰ ਹੈ। ਨਾਨਕ ਤੈ ਸਹਿ, ਇੱਥੇ ਸਹਿ ਦਾ ਮਤਲਬ ਰੱਬ ਨੇ। ਵੈਸੇ ਇਸ ਦਾ ਜੋ ਉਚਾਰਨ ਹੈ ਇੱਥੇ ਵੀ ਵਿਦਵਾਨਾਂ ਵਿੱਚ ਮਤਭੇਦ ਹੈ। ਕੁਝ ਵੀਰ ਕਹਿੰਦੇ ਨੇ ਕਿ ਇਹਨੂੰ ਸਹਿ ਪੜਨਾ ਹੈ ਕਿਉਂਕਿ ਸਿਹਾਰੀ ਲੱਗੀ ਹੈ, ਤੇ ਕੁਝ ਕਹਿੰਦੇ ਨੇ ਸ਼ਹੁ ਪੜਨਾ ਹੈ। ਸਿਹਾਰੀ ਇਸ ਕਰਕੇ ਲੱਗੀ ਹੈ ਕਿਉਂਕਿ ਅਧਿਕਰਨ ਕਾਰਕ ਹੈ, ਸ਼ੁੱਧ ਸ਼ਬਦ ਹੈ ਸ਼ਹੁ। ਸ਼ਹੁ ਨੇ, ਸਿਹਾਰੀ ਤਾਂ ਲੱਗੀ ਹੈ, ਉਹਦਾ ਮਤਲਬ ਕਿ ਸ਼ਹੁ ਨੇ, ਰੱਬ ਨੇ, ਖਸਮ ਨੇ। ਤਾਂ ਇੱਥੇ ਉਚਾਰਨ ਵਿੱਚ ਥੋੜਾ ਜਿਹਾ ਮਤਭੇਦ ਹੈ, ਇਸ ਲਈ ਤੁਸੀਂ ਸ਼ਹੁ ਵੀ ਪੜ ਸਕਦੇ ਹੋ, ਸਹਿ ਵੀ ਪੜ ਸਕਦੇ ਹੋ। ਦੋਵੇਂ ਕਿਸਮ ਦੇ ਉਚਾਰਨ ਜਿਹੜੇ ਨੇ ਉਹ ਚੱਲਦੇ ਨੇ, ਥੋੜਾ ਜਿਹਾ ਮਤਭੇਦ ਹੈ। ਤਾਂ ਨਾਨਕ ਤਹਿ ਸੇ ਢੱਕਿਆ, ਮਨ ਮਹਿ ਸੱਚਾ ਮਿੱਤ। ਮੇਰੇ ਮਨ ਵਿੱਚ ਸੱਚਾ ਮਿੱਤਰ ਹੈ, ਪ੍ਰਭੂ ਹੈ, ਜੋ ਮੇਰੇ ਕਰਮਾਂ ਦੇ ਉੱਤੇ ਪਰਦਾ ਪਾਈ ਰੱਖਦਾ ਹੈ, ਜੋ ਮੇਰੇ ਕਰਮਾਂ ਤੇ ਪਰਦਾ ਪਾਈ ਰੱਖਦਾ ਹੈ। ਇਹਦਾ ਭਾਵ ਇਹ ਕੀ ਹੈ ਕਿ ਜੋ ਪ੍ਰਭੂ ਦਾ ਸੁਭਾਅ ਹੈ ਉਹ ਆਪਣੇ ਬਿਰਦ ਨੂੰ ਸੰਭਾਲਦਾ ਹੈ। ਜਿਵੇਂ ਅਸੀਂ ਕਹਿੰਦੇ ਆ ਨਾ, ਆਪਣਾ ਬਿਰਦ ਸੰਭਾਲੇ, ਕਿ ਰੱਬ ਦਾ ਸੁਭਾਅ ਪਿਆਰ ਵਾਲਾ ਹੈ। ਜੇ ਅਸੀਂ ਖੋਟ ਵੀ ਕਿਤੇ ਕਰਦੇ ਆ ਤੇ ਫਿਰ ਜੇ ਅਸੀਂ ਉਹਨਾਂ ਖੋਟਾਂ ਨੂੰ ਸੁਧਾਰ ਲਈਏ ਤਾਂ ਸਾਨੂੰ ਰੱਬ ਦਾ ਪਿਆਰ ਮਿਲਦਾ ਹੈ। ਸਾਡੇ ਉਹ ਖੋਟ ਢੱਕੇ ਜਾਂਦੇ ਨੇ, ਭਾਵ ਕਿ ਸਾਨੂੰ ਫਿਰ ਉਸ ਗਲਤੀ ਦਾ ਫਲ ਨਹੀਂ ਮਿਲਦਾ ਜੇਕਰ ਅਸੀਂ ਉਸ ਗਲਤੀ ਨੂੰ ਸੁਧਾਰ ਲਈਏ। ਫਾਰ ਐਗਜ਼ਾਮਪਲ, ਅਸੀਂ ਆਪਣੀ ਪੈਲੀ ਦੇ ਵਿੱਚ ਜੌਂ ਬੀਜ ਦਿੱਤੇ ਗਲਤੀ ਨਾਲ ਬੀਜੇ ਗਏ, ਹੁਣ ਜੌਂ ਹੀ ਉਗਣਗੇ। ਪਰ ਜੇ ਅਸੀਂ ਅਗਲੀ ਵਾਰੀ ਕਣਕ ਬੀਜੀਏ ਤਾਂ ਕਣਕ ਉਗੇਗੀ। ਪੈਲੀ ਇਹ ਨਹੀਂ ਕਹੇਗੀ, ਨਿਯਮ ਇਹ ਨਹੀਂ ਕਹੇਗਾ ਕਿ ਪਿਛਲੀ ਵਾਰੀ ਤੂੰ ਗਲਤੀ ਕੀਤੀ ਸੀ ਜੌਂ, ਤੇ ਹੁਣ ਭਾਵੇਂ ਕਣਕ ਵੀ ਬੀਜੇ ਤਾਂ ਤੇਰੀ ਅਸੀਂ ਜੌਂ ਹੀ ਉਗਾਵਾਂਗੇ, ਐਵੇਂ ਨਹੀਂ ਹੁੰਦਾ। ਤਾਂ ਪ੍ਰਭੂ ਜਿਹੜਾ ਹੈ ਉਹ ਸਾਡੇ ਔਗੁਣਾਂ ਨੂੰ ਢੱਕਦਾ ਹੈ, ਭਾਵ ਕਿ ਜੇ ਅਸੀਂ ਉਹਨਾਂ ਔਗੁਣਾਂ ਨੂੰ ਛੱਡਦੇ ਹਾਂ ਤਾਂ ਅਗਲੇ ਸਾਡਾ ਜੀਵਨ ਜਿਹੜਾ ਹੈ ਸੁਧਰ ਸਕਦਾ ਹੈ। ਪਰ ਇੱਥੇ ਗੁਰੂ ਜੀ ਕਹਿ ਰਹੇ ਨੇ ਕਿ हे ਪ੍ਰਭੂ, ਤੂੰ ਮੇਰਾ ਸੱਚਾ ਮਿੱਤਰ ਹੈ, ਮੇਰੇ ਮਨ ਦੇ ਅੰਦਰ ਹੈ, ਤੂੰ ਮੇਰੇ ਅਨੇਕਾਂ ਔਗੁਣਾਂ ਨੂੰ ਢੱਕਦਾ ਹੈ, ਭਾਵ ਕਿ ਤੂੰ ਔਗੁਣਾਂ ਨੂੰ ਮੁਆਫ ਕਰਨ ਵਾਲਾ ਹੈ, ਤੂੰ ਬਖਸ਼ਿੰਦ ਹੈ। ਪੌੜੀ, ਹਉ ਮੰਗੋ ਤੁਝੇ ਦਇਆਲ, ਕਰ ਦਾਸਾਂ ਗੋਲਿਆ। ਇੱਥੇ ਦਾਸਾਂ ਪੜਨਾ ਹੈ ਔਰ ਮਾਗੋ ਨਹੀਂ, ਜਿਵੇਂ ਮਾਗੋ ਲਿਖਿਆ ਨਾ, ਮਾਗੋ ਨਹੀਂ, ਮੰਗੋ, ਮੈਂ ਮੰਗਦਾ ਹਾਂ, ਕਿਉਂਕਿ ਸ਼ਬਦ ਹੋਂ ਹੈ ਨਾ, ਹਉ ਮੰਗੋ। ਤੇ ਜੇ ਇੱਥੇ ਮੰਗੋ ਪੜੀਏ, ਹਉ ਮੰਗੋ, ਤੇ ਇਹਦਾ ਮਤਲਬ ਹੋ ਜਾਏਗਾ ਮੈਂ ਤੇ ਮੰਗੋ ਤੁਸੀਂ, ਕੋਈ ਸੈਂਸ ਨਹੀਂ ਨਾ ਬਣਨਾ। ਹਉ ਮੰਗੋ ਤੁਝੇ ਦਇਆਲ, ਕਿ हे ਦਇਆ ਦੇ ਘਰ ਪ੍ਰਭੂ, ਮੈਂ ਤੇਥੋਂ ਮੰਗਦਾ ਹਾਂ। ਤੁਝੇ ਦਾ ਮਤਲਬ ਤੇਥੋਂ ਮੰਗਦਾ ਹਾਂ। ਕੀ ਮੰਗਦਾ ਹਾਂ? ਕਰ ਦਾਸਾਂ ਗੋਲਿਆ, ਗੋਲਿਆ ਦਾ ਮਤਲਬ ਦਾਸ, ਦਾਸਾਂ ਗੋਲਿਆ ਦਾ ਮਤਲਬ ਮੈਨੂੰ ਆਪਣੇ ਗੋਲਿਆਂ ਦਾ ਦਾਸ ਬਣਾ, ਦਾਸਾਂ ਦਾ ਦਾਸ ਬਣਾ, ਮੈਨੂੰ ਆਪਣੇ ਦਾਸਾਂ ਦਾ ਦਾਸ ਬਣਾ।
ਇਹ ਮੈਂ ਤੇਰੇ ਤੋਂ ਮੰਗਦਾ ਹਾਂ ਕਿ ਮੈਂ ਤੇਰੇ ਪਿਆਰਿਆਂ ਦੀ ਚਰਨਾਂ ਦੀ ਸ਼ਰਨ ਵਿੱਚ ਰਹਾਂ, ਉਹਨਾਂ ਦੀ ਸੰਗਤ ਕਰਦਾ ਰਹਾਂ। ਨੌਨਿਧ ਪਾਈ ਰਾਜ ਜੀਵਾਂ ਬੋਲਿਆ, ਇੱਥੇ ਬੋਲਿਆ ਨਹੀਂ, ਬੋਲਿਆ। ਬੋਲਿਆ ਦਾ ਮਤਲਬ ਹੋ ਜਾਏਗਾ ਪਿੱਛੇ ਬੋਲਿਆ ਗਿਆ, ਤੇ ਬੋਲਿਆਂ ਦਾ ਮਤਲਬ ਕਿ ਜੇ ਮੈਂ ਬੋਲਾਂ, ਮੇਰੇ ਬੋਲਣ ਕਰਕੇ। ਜੀਵਾ ਨਹੀਂ, ਇਹਨੂੰ ਪੜਨਾ ਹੈ ਜੀਵਾਂ, ਜਿਵੇਂ ਆਖਾਂ ਜੀਵਾਂ ਵਿਸਰੇ ਮਰ ਜਾਉ। ਤੇ ਪਾਈ ਨਹੀਂ, ਪਾਈ ਮੈਂ ਪਾਵਾਂ, ਪਾਂਦਾ ਹਾਂ। ਨੌਨਿਧ ਪਾਈ ਰਾਜ ਜੀਵਾਂ ਬੋਲਿਆ, ਬੋਲਿਆ ਤੇਰਾ ਨਾਮ ਉਚਾਰਿਆ ਹੀ ਮੈਂ ਜਿਉਂਦਾ ਹਾਂ। ਜੀਵਾਂ ਬੋਲਿਆਂ ਦਾ ਮਤਲਬ ਤੇਰਾ ਨਾਮ ਉਚਾਰਨ ਕੀਤਿਆਂ, ਗੁਣ ਗਾਇਆ ਹੀ ਮੈਂ ਜਿੰਦਾ ਹਾਂ। ਤੇ ਨੌਨਿਧ ਪਾਈ ਰਾਜ, ਮਾਨੋ ਮੈਂ 9 ਖਜ਼ਾਨੇ ਪਾ ਲੈਂਦਾ ਹਾਂ ਔਰ ਧਰਤੀ ਦਾ ਰਾਜ ਪਾ ਲੈਂਦਾ ਹਾਂ। ਯਾਨੀ ਤੇਰੇ ਗੁਣਾਂ ਦੇ ਧਾਰਨੀ ਹੋਣਾ ਹੀ 9 ਨਿਧੀਆਂ ਨੇ, ਔਰ ਇਹੀ ਮੇਰੇ ਵਾਸਤੇ ਦੁਨੀਆ ਦਾ ਰਾਜ ਹੈ। ਹੁਣ ਦੁਨੀਆ ਦਾ ਰਾਜ ਜੇ ਮਿਲੇ ਤੇ ਬੰਦਾ ਉਹ ਚ ਸੁੱਖ ਮੰਨਣਾ ਹੀ ਚਾਹੇਗਾ ਨਾ। ਜੇ 9 ਨਿਧਾਂ ਸਾਡੇ ਕੋਲ ਬਹੁਤ ਸਾਰਾ ਧਨ ਆ ਜਾਏ ਤਾਂ ਧਨ ਇਸ ਕਰਕੇ ਮੰਗਦੇ ਆ ਨਾ ਕਿ ਸਾਨੂੰ ਖੁਸ਼ੀ ਹੋਏਗੀ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਹੇ ਪ੍ਰਭੂ, ਜਦੋਂ ਮੈਂ ਤੇਰੇ ਗੁਣਾਂ ਦੀ ਗੱਲ ਕਰਦਾ ਹਾਂ, ਮੀਨਸ ਤੇਰੇ ਗੁਣਾਂ ਨੂੰ ਇੰਪਲੀਮੈਂਟ ਕਰਦਾ ਹਾਂ, ਉਦੋਂ ਮੈਂ ਅਸਲੀ ਆਤਮਿਕ ਜ਼ਿੰਦਗੀ ਜੀ ਰਿਹਾ ਹੁੰਦਾ ਹਾਂ। ਤੇ ਉਦੋਂ ਹੀ ਮੇਰੇ ਕੋਲ 9 ਨਿਧ ਔਰ ਰਾਜ ਦੀਆਂ ਖੁਸ਼ੀਆਂ ਹੁੰਦੀਆਂ ਨੇ। ਉਦੋਂ ਇੰਜ ਪ੍ਰਤੀਤ ਹੁੰਦਾ ਜਿਵੇਂ ਮੈਂ 9 ਨਿਧਾਂ ਪਾ ਲਈਆਂ ਨੇ, ਮੈਂ ਦੁਨੀਆ ਦਾ ਰਾਜ ਪਾ ਲਿਆ। ਯਾਨੀ ਉਹ ਖੁਸ਼ੀਆਂ ਜੋ ਦੁਨੀਆ ਦੇ ਰਾਜ ਔਰ 9 ਨਿਧਾਂ ਚੋਂ ਵੀ ਨਹੀਂ ਮਿਲਦੀਆਂ, ਉਹ ਮੈਨੂੰ ਖੁਸ਼ੀਆਂ ਮਿਲ ਜਾਂਦੀਆਂ ਨੇ ਜਦੋਂ ਮੈਂ ਤੇਰੇ ਗੁਣਾਂ ਦਾ ਧਾਰਨੀ ਹੁੰਦਾ ਹਾਂ। ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ ਵਾਲੀ ਗੱਲ। ਅੰਮ੍ਰਿਤ ਨਾਮ ਨਿਧਾਨ ਦਾਸਾਂ ਘਰ ਕਣਾ, ਇਹਨੂੰ ਦਾਸਾ ਨਹੀਂ ਪੜਨਾ, ਦਾਸਾਂ। ਦਾਸਾਂ ਘਰ ਦਾ ਮਤਲਬ ਦਾਸਾਂ ਦੇ ਘਰ ਵਿੱਚ, ਘਣਾ ਦਾ ਮਤਲਬ ਬਹੁਤ ਜ਼ਿਆਦਾ, ਅੰਮ੍ਰਿਤ ਦਾ ਮਤਲਬ ਆਤਮਿਕ ਜੀਵਨ, ਨਾਮ ਨਿਧਾਨ ਦਾ ਮਤਲਬ ਨਾਮ ਖਜ਼ਾਨਾ, ਗੁਣਾਂ ਦਾ ਖਜ਼ਾਨਾ। ਯਾਨੀ ਜੋ ਪ੍ਰਭੂ ਦੇ ਗੁਣਾਂ ਦਾ ਖਜ਼ਾਨਾ ਆਤਮਿਕ ਜੀਵਨ ਦੇਣ ਵਾਲਾ ਹੈ। ਦਾਸਾਂ ਘਰ ਕਣਾ ਦਾ ਮਤਲਬ ਉਹ ਪ੍ਰਭੂ ਪ੍ਰਮਾਤਮਾ ਦੇ ਦਾਸਾਂ ਦੇ ਹਿਰਦੇ ਦੇ ਅੰਦਰ ਬਹੁਤ ਜ਼ਿਆਦਾ ਹੈ, ਉਹਨਾਂ ਦੇ ਘਰ ਵਿੱਚ ਬਹੁਤ ਵੱਡਾ ਖਜ਼ਾਨਾ ਹੈ ਗੁਣਾਂ ਦਾ, ਜੋ ਆਤਮਿਕ ਜੀਵਨ ਦੇਣ ਵਾਲਾ ਹੈ। ਉਹ ਉਹਨੂੰ ਵਰਤ ਰਹੇ ਨੇ। ਖਜ਼ਾਨਾ ਹੈ ਸਾਡੇ ਸਾਰਿਆਂ ਦੇ ਅੰਦਰ। ਕੋਈ ਵੀ ਦੁਨੀਆ ਦਾ ਐਸਾ ਇਨਸਾਨ ਨਹੀਂ ਜਿਹਦੇ ਵਿੱਚ ਰੱਬ ਨੇ ਗੁਣ ਪੈਦਾ ਨਾ ਕੀਤੇ ਹੋਣ, ਪਰ ਅਸੀਂ ਉਹਨਾਂ ਨੂੰ ਵਰਤਦੇ ਨਹੀਂ। ਰੱਬ ਦੇ ਜੋ ਪਿਆਰੇ ਨੇ, ਰੱਬੀ ਰਾਹਾਂ ਤੇ ਤੁਰਨ ਵਾਲੇ ਨੇ, ਉਹ ਉਹਨਾਂ ਨੂੰ ਵਰਤਦੇ ਨੇ। ਗੁਣ ਨਿਧਾਨ ਭਗਤਨ ਕੋ ਬਰਤਨ, ਬਿਰਲਾ ਪਾਵੇ ਕੋਈ ਭਗਤ ਹੈ ਹੀ ਉਹ ਨੇ ਜੋ ਰੱਬੀ ਗੁਣਾਂ ਨੂੰ ਵਰਤਦੇ ਨੇ। ਔਰ ਜਿਹੜੇ ਰੱਬੀ ਗੁਣਾਂ ਨੂੰ ਵਰਤਦੇ ਨੇ ਉਹੀ ਆਤਮਿਕ ਜੀਵਨ ਜੀਂਦੇ ਨੇ। ਤਾਂ ਗੁਰੂ ਜੀ ਸਾਨੂੰ ਸਮਝਾ ਰਹੇ ਹਨ ਕਿ ਜੋ ਪ੍ਰਭੂ ਦੇ ਪਿਆਰੇ ਨੇ, ਉਹਨਾਂ ਦੀ ਸੋਚ ਦੇ ਅੰਦਰ ਆਤਮਿਕ ਜੀਵਨ ਦੇਣ ਵਾਲੇ ਪ੍ਰਭੂ ਦੇ ਗੁਣਾਂ ਦਾ ਮਹਾਨ ਵੱਡਾ ਖਜ਼ਾਨਾ ਹੈ। ਤਿਨ ਕੈ ਸੰਗ ਨਿਹਾਲ ਸ਼੍ਰਵਣੀ ਜਸ ਸੁਣਾ, ਸੁਣਾ ਦਾ ਮਤਲਬ ਮੈਂ ਸੁਣਾ। ਤਿਨ ਕੈ ਸੰਗ ਨਿਹਾਲ, ਤਿਨ ਕੈ ਸੰਗ ਦਾ ਮਤਲਬ ਉਹਨਾਂ ਦੀ ਸੰਗਤ ਵਿੱਚ ਬੈਠ ਕੇ। ਸ਼੍ਰਵਣੀ ਜਸ ਸੁਣਾ ਦਾ ਮਤਲਬ ਜੇ ਮੈਂ ਪ੍ਰਭੂ ਦੀ ਸਿਫਤ ਸਲਾਹ ਸੁਣਦਾ ਹਾਂ ਜਦੋਂ, ਤੇ ਨਿਹਾਲ ਦਾ ਮਤਲਬ ਮੈਂ ਖੁਸ਼ ਹੋ ਜਾਂਦਾ ਹਾਂ। ਜਦੋਂ ਮੈਂ ਉਹਨਾਂ ਦੀ ਸੰਗਤ ਵਿੱਚ ਬੈਠ ਕੇ ਆਪਣੇ ਕੰਨਾਂ ਨਾਲ ਤੇਰਾ ਜਸ ਸੁਣਦਾ ਹਾਂ ਤਾਂ ਮੈਂ ਨਿਹਾਲ ਹੋ ਜਾਂਦਾ। ਮੇਰੀ ਜ਼ਿੰਦਗੀ ਅੰਦਰ ਖੁਸ਼ੀਆਂ, ਖੇੜੇ, ਆਨੰਦ ਔਰ ਪ੍ਰਸੰਨਤਾ ਆ ਜਾਂਦੀ ਹੈ। ਦੇਖੋ ਕਿੰਨਾ ਸੋਹਣਾ ਔਰ ਸੌਖਾ ਸਾਧਨ ਖੁਸ਼ੀ ਦਾ, ਕਿ ਜੇ ਅਸੀਂ ਪ੍ਰਭੂ ਦੇ ਗੁਣਾਂ ਨੂੰ ਸੁਣੀਏ ਕੰਨਾਂ ਦੇ ਨਾਲ ਤੇ ਸਾਡੀ ਜ਼ਿੰਦਗੀ ਵਿੱਚ ਖੁਸ਼ੀ ਹੋਏਗੀ। ਜਿਵੇਂ ਹੁਣ ਅਸੀਂ ਬੈਠ ਕੇ ਗੁਰਬਾਣੀ ਦੀ ਗੱਲ ਕਰ ਰਹੇ ਹਾਂ, ਗੁਰਬਾਣੀ ਦੀ ਸਾਂਝ ਪਾ ਰਹੇ ਹਾਂ, ਤਾਂ ਗੁਰਬਾਣੀ ਦੀ ਸਾਂਝ ਪਾਉਣ ਦੇ ਨਾਲ ਖੁਸ਼ੀ ਹੈ, ਕਿਉਂਕਿ ਨੈਗੇਟਿਵਿਟੀ ਹੈ ਹੀ ਨਹੀਂ, ਪੋਜ਼ਿਟਿਵਿਟੀ ਹੈ। ਤੇ ਜੇ ਐਸੀ ਸੋਚ ਹਮੇਸ਼ਾ ਬਣੀ ਰਹੇ, ਬੰਦਾ ਜ਼ਬਾਨ ਦੇ ਨਾਲ ਹਮੇਸ਼ਾ ਸੱਚ ਦੀ ਗੱਲ ਕਰੇ, ਕੰਨਾਂ ਦੇ ਨਾਲ ਹਮੇਸ਼ਾ ਸੱਚ ਸੁਣੇ, ਹੱਥਾਂ ਦੇ ਨਾਲ ਸੱਚੇ ਕਰਮ ਕਰੇ, ਤਾਂ ਹਰ ਵਕਤ ਬੰਦਾ ਖੁਸ਼ੀ ਮਾਣ ਸਕਦਾ ਹੈ। ਤਾਂ ਹੇ ਮਾਲਕ, ਜਦ ਮੈਂ ਉਹਨਾਂ ਦੀ ਸੰਗਤ ਵਿੱਚ ਬੈਠ ਕੇ ਤੇਰੇ ਗੁਣਾਂ ਨੂੰ ਸੁਣਦਾ ਹਾਂ, ਉਦੋਂ ਮੈਂ ਨਿਹਾਲ ਹੋ ਜਾਂਦਾ ਹਾਂ, ਉਦੋਂ ਮੇਰੀ ਜ਼ਿੰਦਗੀ ਅੰਦਰ ਖੁਸ਼ੀ ਆ ਜਾਂਦੀ ਹੈ। ਕਮਾਵਾਂ ਤਿਨ ਕੀ ਕਾਰ ਸਰੀਰ ਪਵਿੱਤ ਹੋਏ, ਕਮਾਵਾ ਨਹੀਂ ਕਮਾਵਾਂ। ਕਮਾਵਾਂ ਦਾ ਮਤਲਬ ਜਦੋਂ ਮੈਂ ਕਮਾਉਂਦਾ ਹਾਂ, ਤਿਨ ਕੀ ਕਾਰ ਦਾ ਮਤਲਬ ਉਹਨਾਂ ਦੀ ਸੇਵਾ, ਜਦੋਂ ਮੈਂ ਉਹਨਾਂ ਦੀ ਸੇਵਾ ਕਰਦਾ ਹਾਂ।
शरीर पवित्र होए ਤਾਂ ਮੇਰਾ शरीर पवित्र हो ਜਾਂਦਾ ਹੈ। ਜਿਵੇਂ ਜਿਵੇਂ ਤੇਰੇ ਰਾਹਾਂ ਤੇ ਤੁਰਨ ਵਾਲਿਆਂ ਦੀ ਮੈਂ ਸੇਵਾ ਕਰਦਾ ਹਾਂ, ਸੰਗਤ ਕਰਦਾ ਹਾਂ, ਉਹਨਾਂ ਰਾਹਾਂ ਤੇ ਤੁਰਦਾ ਹਾਂ, ਤਾਂ ਮੇਰਾ शरीर पवित्र हो ਜਾਂਦਾ ਹੈ। ਹੁਣ शरीर पवित्र ਦਾ ਮਤਲਬ ਕੀ ਹੈ? ਦੇਖੋ, ਜਿਹੜਾ ਬੰਦਾ ਸੇਵਾ ਕਰੇਗਾ ਉਹਨੂੰ ਤਾਂ ਸਗੋਂ ਪਸੀਨਾ ਵੀ ਆਏਗਾ ਕੰਮ ਕਰਦਿਆਂ। ਜੇ ਬੰਦਾ ਚੱਕੀ ਪੀਂਦਾ ਹੈ, ਪਾਣੀ ਭਰਦਾ ਹੈ, ਝਾੜੂ ਦਿੰਦਾ ਹੈ ਜਾਂ ਸੇਵਾ ਦਾ ਕੰਮ ਕਰੇਗਾ ਤੇ ਪਸੀਨਾ ਵੀ ਆਏਗਾ। ਜੇ ਕਿਸੇ ਦੀ ਸੇਵਾ ਕਰਦਿਆਂ ਹਲ ਵਾਰਿਆ ਹੈ ਤੇ ਮਿੱਟੀ ਘੱਟਾ ਵੀ ਪਏਗਾ। ਤਾਂ ਇੱਥੇ शरीर ਪਵਿੱਤਰ ਹੋਏ ਦਾ ਮਤਲਬ ਜੋ ਮੇਰੇ शरीर ਦੇ ਗਿਆਨ ਇੰਦਰੀ ਨੇ ਉਹ ਸਾਰੇ ਪਵਿੱਤਰ ਹੋ ਜਾਂਦੇ। ਅੱਖਾਂ ਦੀ ਨਜ਼ਰੀਆ, ਕੰਨਾਂ ਦੀ ਸਰੋਤ, ਜ਼ਬਾਨ ਦਾ ਬੋਲਣਾ, ਯਾਨੀ ਜੋ ਮੇਰੇ शरीर ਦੇ ਕਰਮ ਨੇ ਉਹ ਪਵਿੱਤਰ ਹੋ ਜਾਂਦੇ। ਮੈਂ ਫਿਰ शरीर ਕਰਕੇ ਕੋਈ ਮਾੜਾ ਕਰਮ ਨਹੀਂ ਕਰਦਾ। ਫਿਰ शरीर ਕਰਕੇ ਕੰਮ ਜਿਹੜੇ ਹੁੰਦੇ ਨੇ ਉਹ ਵੀ ਪਵਿੱਤਰ ਹੁੰਦੇ ਨੇ। ਬੋਲ ਵੀ ਪਵਿੱਤਰ, ਸੁਣਨਾ ਵੀ ਪਵਿੱਤਰ, ਤੱਕਣਾ ਵੀ ਪਵਿੱਤਰ, ਕਿਰਤ ਵੀ ਪਵਿੱਤਰ। ਤਾਂ ਜਿਵੇਂ ਜਿਵੇਂ ਮੈਂ ਤੇਰੇ ਪਿਆਰਿਆਂ ਦੀ ਸੇਵਾ ਵਿੱਚ ਹਾਜ਼ਰ ਹੁੰਦਾ ਹਾਂ ਮਾਲਕ, ਮੇਰਾ शरीर ਪਵਿੱਤਰ ਹੋ ਜਾਂਦਾ। ਪੱਖਾ ਪਾਣੀ ਪੀਸ ਬਿਗਸਾਂ ਪੈਰ ਧੋਏ, ਇਹਨੂੰ ਬਿਗਸਾ ਨਹੀਂ ਪੜਨਾ, ਬਿੰਦੀ ਲਗਾ ਕੇ ਬਿਗਸਾਂ ਮੈਂ ਖੁਸ਼ ਹੁੰਦਾ ਹਾਂ। ਜੇ ਪੜਾਂਗੇ ਨਾ ਬਿਗਸਾ ਤੇ ਇਹ ਪਾਸਟ ਦੀ ਗੱਲ ਹੋ ਜਾਏਗੀ, ਲੇਕਿਨ ਇਹ ਗੱਲ ਚੱਲ ਰਹੀ ਹੈ ਪ੍ਰੈਜ਼ੈਂਟ ਦੀ ਔਰ ਫਸਟ ਪਰਸਨ ਦੀ। ਪਾਣੀ ਪੱਖਾ ਪੀਸ, ਪੀਸ ਦਾ ਮਤਲਬ ਚੱਕੀ ਪੀ ਕੇ, ਬਿਗਸਾਂ ਦਾ ਮਤਲਬ ਮੈਂ ਖੁਸ਼ ਹੁੰਦਾ ਹਾਂ। ਤੇਰੇ ਪਿਆਰਿਆਂ ਦੇ ਘਰ ਵਿੱਚ ਪਾਣੀ ਭਰ ਕੇ, ਪੱਖਾ ਚੱਲ ਕੇ, ਉਹਨਾਂ ਦੇ ਛਕਣ ਛਕਾਉਣ ਲਈ ਆਟੇ ਵਾਸਤੇ ਮੈਂ ਦਾਣੇ ਪੀ ਕੇ, ਚੱਕੀ ਪੀ ਕੇ, ਉਹਨਾਂ ਦੇ ਪੈਰ ਧੋ ਕੇ ਮੈਂ ਖੁਸ਼ ਹੁੰਦਾ, ਮੈਨੂੰ ਖੁਸ਼ੀ ਮਿਲਦੀ। ਜੋ ਤੇਰੇ ਪਿਆਰੇ ਨੇ ਉਹਨਾਂ ਨੂੰ ਪੱਖਾ ਚੱਲ ਕੇ, ਉਹਨਾਂ ਦੇ ਇਸ਼ਨਾਨ ਪਾਣ ਲਈ ਪਾਣੀ ਭਰ ਕੇ, ਉਹਨਾਂ ਦੇ ਪੈਰ ਧੋ ਕੇ, ਚੱਕੀ ਪੀ ਕੇ ਮੈਨੂੰ ਖੁਸ਼ੀ ਮਿਲਦੀ ਹੈ। ਦੇਖੋ, ਇਹ ਸਾਰੇ ਜਿਹੜੇ ਕੰਮ ਨੇ ਨਾ, ਇਹ ਕੰਮ ਸਾਰੇ ਨੀਵੇਂ ਗਿਣੇ ਗਏ। ਆਪ ਨੂੰ ਪਤਾ ਹੈ, ਪਿੰਡਾਂ ਦੇ ਵਿੱਚ ਜੇਕਰ ਤੁਹਾਡੇ ਵਿੱਚੋਂ ਕੁਝ ਵੀਰ ਰਹੇ ਨੇ ਤਾਂ ਤੁਹਾਨੂੰ ਪਤਾ ਹੋਵੇਗਾ, ਪਿੰਡਾਂ ਦੇ ਵਿੱਚ ਖੂਹ ਹੁੰਦੇ ਸਨ, ਇੱਕ ਦੋ ਖੂਹ ਹੁੰਦੇ ਸਨ, ਤੇ ਉਹਨਾਂ ਖੂਹਾਂ ਤੋਂ ਕੁਝ ਪਿੰਡ ਦੇ ਲੋਕ ਸਨ, ਉਹ ਪਾਣੀ ਭਰਦੇ ਸਨ ਘਰਾਂ ਦੇ ਵਿੱਚ। ਉਹਨਾਂ ਨੇ ਡਾਂਗ ਦੇ ਉੱਤੇ ਦੋ ਪਾਏ ਹੁੰਦੇ ਸਨ, ਪਾ ਕੇ ਘੜੇ ਜਾਂ ਪੀਪੇ ਵਗੈਰਾ, ਤੇ ਘਰਾਂ ਦੇ ਵਿੱਚ ਪਾਣੀ ਭਰਦੇ ਸਨ। ਤੇ ਫਿਰ 6 ਮਹੀਨੇ ਬਾਅਦ ਉਹਨਾਂ ਨੂੰ ਕੋਈ ਦਾਣੇ ਜਾਂ ਤਨਖਾਹ ਜੋ ਵੀ ਦਿੱਤਾ ਜਾਂਦਾ ਸੀ, ਤੇ ਉਹਨਾਂ ਨੂੰ ਨੀਵਾਂ ਸਮਝਿਆ ਜਾਂਦਾ ਸੀ। ਇਹ ਕੰਮ ਨੀਵੀਂ ਜਾਤ ਵਾਲੇ ਲੋਕਾਂ ਦਾ, ਅਖੌਤੀ ਗੁਰਮਤ ਜਾਤ ਪਾਤ ਨੂੰ ਨਹੀਂ ਮੰਨਦੀ, ਇਹ ਗੱਲ ਧਿਆਨ ਰੱਖਣਾ। ਜਿਹੜੇ ਚੱਕੀ ਪੀਂਦੇ ਸਨ ਕਿਸੇ ਦੇ ਘਰਾਂ ਦੇ ਵਿੱਚ ਤੇ ਆਟਾ ਪੀ ਕੇ ਦੇ ਜਾਣਾ, ਤੇ ਉਹਨਾਂ ਗਰੀਬ ਹੁੰਦੇ ਸੀ ਤੇ ਉਹਨਾਂ ਨੇ ਜੇ 4 ਕਿਲੋ ਆਟਾ ਪੀਸਿਆ ਤੇ ਵਿੱਚੋਂ ਉਹਨਾਂ ਨੂੰ ਕਹਿਣਾ ਵੀ ਚੱਲ ਕਿਲੋ ਤੁਸੀਂ ਲੈ ਜਾਓ, ਤਾਂ ਕਿਲੋ ਵਾਸਤੇ ਵਿਚਾਰੇ ਆਪਣੇ ਬੱਚਿਆਂ ਕਰਕੇ 4-5 ਕਿਲੋ ਆਟਾ ਪੀ ਕੇ ਦੇ ਜਾਂਦੇ ਸੀ। ਯਾਨੀ ਇਸ ਕੰਮ ਨੂੰ ਵੀ ਨੀਵਿਆਂ ਦੇ ਵਿੱਚ ਗਿਣਿਆ ਜਾਂਦਾ ਸੀ। ਪੱਖਾ ਝੱਲਣ ਵਾਲੇ ਲੋਕ, ਉਹਨਾਂ ਨੂੰ ਕੋਈ ਮਾਣ ਨਾਲ ਨਹੀਂ ਸਿਵਿੰਦਾ। ਇਸੇ ਤਰ੍ਹਾਂ ਜਿਹੜੇ ਪੈਰ ਧੋਣ ਵਾਲੇ ਨੇ ਇਸ਼ਨਾਨ ਪਾਣ ਵਾਸਤੇ, ਪਰ ਗੁਰੂ ਜੀ ਇੱਥੇ ਮਾਣ ਮਹਿਸੂਸ ਕਰਦੇ ਨੇ ਕਿ ਕੋਈ ਕੰਮ ਮਾੜਾ ਨਹੀਂ ਹੁੰਦਾ। ਮੈਂ ਜਿਹੜੇ ਤੇਰੇ ਦਾਸ ਨੇ, ਚੰਗੇ ਇਨਸਾਨ ਨੇ, ਜਿਹੜੇ ਸੱਚ ਦੇ ਧਾਰਨੀ ਨੇ, ਜੋ ਸਚਿਆਰ ਨੇ, ਜੋ ਤੇਰੀ ਰਜ਼ਾ ਭਾਣੇ ਵਿੱਚ ਤੁਰਦੇ ਨੇ, ਮੈਂ ਉਹਨਾਂ ਦੇ, ਜਦੋਂ ਮੈਂ ਪਾਣੀ ਧੋਂਦਾ ਉਹਨਾਂ ਦੇ ਘਰ ਵਿੱਚ, ਪੱਖਾ ਚੱਲਦਾ ਹਾਂ, ਚੱਕੀ ਪੀਂਦਾ ਹਾਂ, ਉਹਨਾਂ ਦੇ ਪੈਰ ਧੋਂਦਾ ਹਾਂ, ਤਾਂ ਮੈਨੂੰ ਖੁਸ਼ੀ ਹੁੰਦੀ ਹੈ, ਕਿਉਂਕਿ ਉਹਨਾਂ ਦੇ ਕੋਲੋਂ ਮੈਨੂੰ ਗੁਣ ਮਿਲ ਰਹੇ ਨੇ, ਉਹਨਾਂ ਕੋਲੋਂ ਮੈਨੂੰ ਸ਼ਾਂਤੀ ਮਿਲ ਰਹੀ ਹੈ, ਉਹਨਾਂ ਕੋਲੋਂ ਮੈਨੂੰ ਜੀਵਨ ਜਾਚ ਮਿਲ ਰਹੀ ਹੈ। ਤਾਂ ਇੱਥੇ ਗੱਲ ਸੇਵਾ ਦੀ ਮਹਾਨਤਾ ਦਰਸਾਈ ਜਾ ਰਹੀ ਹੈ ਕਿ ਅਸੀਂ ਉਹਨਾਂ ਲੋਕਾਂ ਦੀ ਸੇਵਾ ਵਿੱਚ ਜੇ ਹਾਜ਼ਰ ਹੁੰਦੇ ਹਾਂ ਤਾਂ ਸਾਨੂੰ ਚੰਗੇ ਗੁਣ ਨਸੀਬ ਹੋ ਸਕਦੇ ਨੇ। ਆਪਹੁ ਕਛੂ ਨਾ ਹੋਏ ਪ੍ਰਭ ਨਦਰ ਨਿਹਾਲੀਏ। ਨਿਹਾਲੀਏ ਦਾ ਮਤਲਬ ਤੱਕ, ਮੇਰੇ ਵੱਲ ਵੇਖ, ਮੇਰੇ ਤੇ ਰਹਿਮਤ ਕਰ। ਆਪਹੁ ਦਾ ਮਤਲਬ ਮੇਰੇ ਆਪਣੇ ਪਾਸੋਂ। ਤਾਂ ਦੇਖੋ, ਇੱਥੇ ਈਗੋ ਦਾ ਪੂਰਾ ਤਿਆਗ ਕੀਤਾ ਜਾ ਰਿਹਾ ਹੈ। ਇੱਥੇ ਚੰਗੇ ਕਰਮ ਕਰਕੇ ਇਹ ਨਹੀਂ ਕਿਹਾ ਜਾ ਰਿਹਾ ਕਿ ਮੈਂ ਕਰ ਰਿਹਾ ਹਾਂ ਜਿਵੇਂ ਆਮ ਬੰਦਾ ਕਰਦਾ ਹੈ। ਗੁਰੂ ਜੀ ਕਹਿੰਦੇ ਨੇ, ਹੇ ਪ੍ਰਭੂ, ਮੇਰੇ ਆਪਣੇ ਆਪ ਤੋਂ ਕੁਝ ਨਹੀਂ ਹੋ ਸਕਦਾ। ਜਦੋਂ ਤੂੰ ਮੇਰੇ ਤੇ ਮਿਹਰ ਕਰਦਾ ਹੈ ਤਾਂ ਹੀ ਮੈਂ ਸੇਵਾ ਕਰ ਸਕਦਾ ਹਾਂ, ਯਾਨੀ ਮੈਂ ਤੇਰੀ ਮਿਹਰ ਦਾ ਪਾਤਰ ਹਾਂ। ਤੇਰੀ ਰਹਿਮਤ ਦੇ ਨਾਲ ਹੀ ਇਹ ਸਾਰਾ ਕੁਝ ਹੋ ਰਿਹਾ ਹੈ। ਯਾਨੀ ਇਹਨੂੰ ਵੀ ਗੁਰੂ ਜੀ ਰੱਬ ਦੀ ਰਹਿਮਤ ਸਮਝ ਰਹੇ ਨੇ ਕਿ ਸੇਵਾ ਕਰਨੀ, ਚੰਗੇ ਕਰਮ ਕਰਨੇ, ਚੰਗੇ ਗੁਣਾਂ ਦੇ ਧਾਰਨੀ ਹੋਣਾ, ਇਹੀ ਰਹਿਮਤ ਹੈ, ਇਹੀ ਬਖਸ਼ਿਸ਼ ਹੈ। ਉਹ ਬੰਦਾ ਪ੍ਰਭੂ ਦੀ ਬਖਸ਼ਿਸ਼ ਦਾ ਪਾਤਰ ਬਣ ਜਾਂਦਾ ਹੈ। ਤਾਂ ਇਹ ਪ੍ਰਭੂ, ਜਦੋਂ ਤੂੰ ਮੇਰੇ ਤੇ ਰਹਿਮਤ ਕਰਦਾ ਤਾਂ ਮੈਂ ਇਹ
ਸੇਵਾ ਕਰਦਾ, ਇਹਨਾਂ ਰਾਹਾਂ ਤੇ ਤੁਰਦਾ, ਮੇਰੇ ਤੋਂ ਆਪਣੇ ਆਪ ਕੁਛ ਨਹੀਂ ਹੁੰਦਾ, ਇਹ ਤੇਰੀ ਰਜ਼ਾ ਦੇ ਵਿੱਚ ਹੈ ਸਾਰਾ ਕੁਛ। ਮੋਹਿ ਨਿਰਗੁਣ ਦਿਚੈ ਥਾਉ ਸੰਤ ਧਰਮਸਾਲੀ ਹੈ। ਮੋਹਿ ਦਾ ਮਤਲਬ ਮੈਨੂੰ, ਨਿਰਗੁਣ ਦਾ ਮਤਲਬ ਗੁਣਾ ਤੋਂ ਸਖਣੇ ਨੂੰ, ਦਿਚੇ ਦਾ ਮਤਲਬ ਮੈਨੂੰ ਦਿਓ, ਥਾਉ ਦਾ ਮਤਲਬ ਥਾਂ, ਸੰਤ ਧਰਮਸਾਲੀਏ, ਸੰਤ ਧਰਮਸਾਲੀਏ ਦਾ ਮਤਲਬ ਸਤਸੰਗਤ, ਧਰਮਸਾਲੀਏ ਦਾ ਮਤਲਬ ਧਰਮ ਸਥਾਨ, ਸਤਸੰਗ। ਤਾਂ ਹੇ ਪ੍ਰਭੂ, ਮੈਂ ਗੁਣਹੀਣ ਹਾਂ, ਮੇਰੇ ਤੇ ਰਹਿਮਤ ਕਰ, ਮੈਨੂੰ ਆਪਣੇ ਪਿਆਰਿਆਂ ਦੀ ਸੰਗਤ ਵਿੱਚ ਥਾਂ ਦੇ, ਯਾਨੀ ਮੈਂ ਤੇਰੇ ਪਿਆਰਿਆਂ ਦੀ ਸੰਗਤ ਵਿੱਚ ਮਿਲ ਸਕਾਂ। ਕਿਉਂਕਿ ਜੋ ਸੰਗਤ ਵਿੱਚ ਮਿਲੇਗਾ ਉਹ ਉਹੋ ਜਿਹਾ ਫਲ ਪਾਏਗਾ ਜਿਹੋ ਜੀ ਸੰਗਤ ਵਿੱਚ ਮਿਲੇਗਾ। ਜੋ ਜੈਸੀ ਸੰਗਤ ਮਿਲੇ ਸੋ ਤੈਸੋ ਫਲ ਖਾਏ। ਮੇਰੇ ਮਾਧੋ ਜੀ ਸਤਸੰਗਤ ਮਿਲੇ ਸੋ ਤਰਿਆ। ਤੇ ਇਹ ਜੋ ਸਤਸੰਗ ਹੈ ਗੁਰੂ ਦਾ ਸਕੂਲ ਹੈ, ਇਥੋਂ ਅਸੀਂ ਰੱਬ ਦੇ ਗੁਣ ਸਿੱਖਣੇ ਨੇ। ਸਤਸੰਗਤ ਸਤਿਗੁਰ ਚਟਸਾਲ ਹੈ, ਜਿਤ ਹਰ ਗੁਣ ਸਿੱਖਾ। ਇਥੋਂ ਹਰੀ ਦੇ ਗੁਣ ਸਿੱਖਣੇ ਨੇ, ਇਥੋਂ ਇਹੋ ਜਿਹੇ ਗੁਣ ਸਿੱਖਣੇ ਨੇ ਕਿ ਅਸੀਂ ਰੱਬ ਵਰਗੇ ਹੋ ਸਕੀਏ। ਇਹ ਮਹਾਨਤਾ ਹੈ ਗੁਰੂ ਦੀ ਸੰਗਤ ਦੀ। ਤਾਂ ਹੇ ਪ੍ਰਭੂ, ਮੈਂ ਗੁਣਾ ਤੋਂ ਸਖਣਾ ਹਾਂ, ਮੈਨੂੰ ਆਪਣੇ ਪਿਆਰਿਆਂ ਦੀ ਸੰਗਤ ਬਖਸ਼। ਤਾਂ ਜਿਹੜਾ ਗੁਣਾ ਤੋਂ ਸਖਣਾ ਇਨਸਾਨ ਵੀ, ਗੁਣਹੀਣ ਵੀ ਜੇ ਸੰਗਤ ਵਿੱਚ ਆਉਣਾ ਸ਼ੁਰੂ ਕਰੇ, ਸਿੱਖਣਾ ਸ਼ੁਰੂ ਕਰੇ, ਤਾਂ ਉਹ ਵੀ ਇੱਕ ਮਹਾਨ ਗੁਣੀ ਇਨਸਾਨ ਹੋ ਸਕਦਾ ਹੈ। ਸ਼ਲੋਕ ਮਹਿਲਾ ਪੰਜਵਾਂ। ਸਾਜਨ ਤੇਰੇ ਚਰਨ ਕੀ, ਹੋਏ ਰਹਾ ਸਦ ਧੂਰ। ਰਹਾ ਨਹੀਂ, ਰਹਾ। ਧੂਰ ਦਾ ਮਤਲਬ ਧੂੜ, ਸਾਜਨ ਤੇ ਥੋੜਾ ਜਿਹਾ ਰੁਕ ਜਾਣਾ ਹੈ। ਸਾਜਨ ਤੇਰੇ ਚਰਨ ਕੀ, ਹੋਏ ਰਹਾ ਸਦ ਧੂਰ। ਇਹ ਸੱਜਣ ਪ੍ਰਭੂ, ਮੈਂ ਤੇਰੇ ਚਰਨਾਂ ਦੀ ਹਮੇਸ਼ਾ ਖਾਕ ਹੋਇਆ ਰਹਾ, ਤੇਰੇ ਚਰਨਾਂ ਦੀ ਧੂੜ ਹੋਇਆ ਰਹਾ। ਹੁਣ ਰੱਬ ਦੇ ਚਰਨਾਂ ਦੀ ਧੂੜ ਹੋਣ ਦਾ ਮਤਲਬ ਕਿ ਮੈਂ ਹਮੇਸ਼ਾ ਤੇਰੀ ਸ਼ਰਨ ਵਿੱਚ ਰਹਾ, ਮੈਂ ਹਮੇਸ਼ਾ ਤੇਰੇ ਹੁਕਮ ਨੂੰ ਫੋਲੋ ਕਰਾਂ, ਤੇਰੀ ਰਜ਼ਾ ਭਾਣੇ ਵਿੱਚ ਤੁਰਾਂ, ਤੇਰੇ ਬਣਾਏ ਨੇਮਾਂ ਦੇ ਅੰਦਰ ਜ਼ਿੰਦਗੀ ਜੀਵਾਂ, ਤੇਰੀ ਸ਼ਰਨ ਵਿੱਚ ਰਹਾ, ਮੈਂ ਤੇਰੇ ਤੋਂ ਦੂਰ ਨਾ ਜਾਵਾਂ। ਹਰ ਪਲ ਮੈਂ ਤੇਰੀ ਰਜ਼ਾ ਭਾਣੇ ਦੇ ਅੰਦਰ ਤੁਰਾਂ ਔਰ ਨਿਮਰਤਾ ਦੇ ਨਾਲ ਤੇਰੇ ਗੁਣਾਂ ਦਾ ਧਾਰਨੀ ਹੋਵਾਂ। ਨਾਨਕ ਸਰਣ ਤੁਹਾਰੀਆ, ਪੇਖੋਂ ਸਦਾ ਹਜੂਰ। ਪੇਖੋਂ ਬਿੰਦੀ ਲਗਾ ਕੇ ਮੈਂ ਵੇਖਾਂ। ਹਜ਼ੂਰ ਦਾ ਮਤਲਬ ਹਾਜ਼ਰ ਨਾਜ਼ਰ, ਅੰਗ ਸੰਗ। ਤੁਹਾਰੀਆ ਦਾ ਮਤਲਬ ਤੇਰੀ। ਨਾਨਕ ਸਰਣ ਤੁਹਾਰੀਆ, ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਕਿ ਮੈਂ ਅਰਦਾਸ ਕਰਦਾ ਹਾਂ ਕਿ ਮੈਂ ਹਮੇਸ਼ਾ ਤੇਰੀ ਸ਼ਰਨ ਵਿੱਚ ਰਹਾ। ਪੇਖੋਂ ਸਦਾ ਹਜ਼ੂਰ, ਔਰ ਮੈਂ ਤੈਨੂੰ ਹਾਜ਼ਰ ਨਾਜ਼ਰ ਵੇਖਾਂ, ਤੈਨੂੰ ਮੈਂ ਅੰਗ ਸੰਗ ਵੇਖਾਂ, ਅੰਗ ਸੰਗ ਸਮਝਾਂ। ਯਾਨੀ ਸਾਡੀ ਜ਼ਿੰਦਗੀ ਦਾ ਵੀ ਇਹ ਗੋਲ ਹੋਣਾ ਚਾਹੀਦਾ ਕਿ ਅਸੀਂ ਰੱਬੀ ਰਜ਼ਾ ਦੇ ਵਿੱਚ ਤੁਰੀਏ, ਰੱਬੀ ਭਾਣੇ ਨੂੰ ਫੋਲੋ ਕਰੀਏ, ਗੁਰੂ ਗ੍ਰੰਥ ਸਾਹਿਬ ਜੀ ਦੇ ਦਿੱਤੇ ਵੇ ਆਫ ਲਾਈਫ ਨੂੰ ਅਪਣਾਈਏ ਔਰ ਰੱਬ ਨੂੰ ਹਾਜ਼ਰ ਨਾਜ਼ਰ ਵੇਖੀਏ, ਹਰ ਬੰਦਾ ਵੇਖੇ। ਹੁਣ ਜਦੋਂ ਅਸੀਂ ਹਾਜ਼ਰ ਨਾਜ਼ਰ ਵੇਖਾਂਗੇ ਨਾ, ਹੈ ਤਾਂ ਹਾਜ਼ਰ ਨਾਜ਼ਰ ਹੀ ਹੈ, ਪਰ ਅਸੀਂ ਵੇਖ ਨਹੀਂ ਨਾ ਰਹੇ। ਹਰ ਇੱਕ ਦਾ ਆਪਣਾ ਆਪਾ ਉਸ ਰੱਬ ਦਾ ਹੀ ਤੇ ਰੂਪ ਹੈ। ਹਾਜ਼ਰ ਨਾਜ਼ਰ ਹੁਣ ਤੁਸੀਂ ਸਾਰੇ ਰੱਬ ਦਾ ਹੀ ਤੇ ਰੂਪ ਹੋ, ਜੋ ਦਿਸੈ ਸੋ ਤੇਰਾ ਰੂਪ। ਪਰ ਅਸੀਂ ਇਹ ਵੇਖ ਨਹੀਂ ਰਹੇ, ਅਸੀਂ ਇਸ ਗੱਲ ਨੂੰ ਇੰਪਲੀਮੈਂਟ ਨਹੀਂ ਕਰਦੇ ਕਿ ਅਸੀਂ ਇੱਕ ਦੂਜੇ ਦੇ ਨਾਲ ਰੱਬ ਵਰਗਾ ਪਿਆਰ ਕਰੀਏ। ਅਸੀਂ ਇਹ ਨਹੀਂ ਵੇਖ ਰਹੇ ਕਿ ਮੇਰੇ ਹਰ ਬੋਲ ਨੂੰ ਰੱਬ ਸੁਣ ਰਿਹਾ ਹੈ। ਤੇ ਜੇ ਮੈਂ ਇਹ ਸਮਝ ਲਵਾਂ, ਮੇਰੀ ਇਹ ਮਨੋਤ ਬਣ ਜਾਏ ਕਿ ਰੱਬ ਮੇਰੀ ਗੱਲ ਨੂੰ ਸੁਣ ਰਿਹਾ ਹੈ, ਮੇਰੇ ਨਾਲ ਹੈ ਬਿਲਕੁਲ, ਤਾਂ ਫਿਰ ਮੈਂ ਕੋਈ ਐਸਾ ਬੋਲ ਨਹੀਂ ਨਾ ਬੋਲਾਂਗਾ ਜੋ ਰੱਬ ਨੂੰ ਮਨਜ਼ੂਰ ਨਾ ਹੋਵੇ। ਫਿਰ ਮੈਂ ਕਿਸੇ ਵੱਲ ਐਸ ਨਜ਼ਰੀਏ ਨਾਲ ਨਹੀਂ ਨਾ ਤੱਕਾਂਗਾ ਜਿਹੜਾ ਨਜ਼ਰੀਆ ਰੱਬ ਨੂੰ ਮਨਜ਼ੂਰ ਨਹੀਂ ਹੈ। ਫਿਰ ਮੈਂ ਕੋਈ ਐਸਾ ਕਰਮ ਵੀ ਨਹੀਂ ਨਾ ਕਰਾਂਗਾ ਜਿਹੜਾ ਰੱਬ ਨੂੰ ਮਨਜ਼ੂਰ ਨਹੀਂ ਹੈ। ਫਿਰ ਤਾਂ ਮੇਰਾ ਬਿਹੇਵੀਅਰ ਐਵੇਂ ਹੋਏਗਾ ਕਿ ਮੇਰੇ ਬਿਹੇਵੀਅਰ ਨੂੰ ਰੱਬ ਵੇਖ ਰਿਹਾ ਹੈ ਤੇ ਮੈਂ ਹਰ ਬਿਹੇਵੀਅਰ ਰੱਬ ਨੂੰ ਖੁਸ਼ ਕਰਨ ਲਈ ਕਰਨਾ ਹੈ। ਰੱਬ ਨਾਲ ਨਾਰਾਜ਼ ਹੋ ਜਾਏ, ਰੱਬ ਖੁਸ਼ ਹੋਵੇ ਮੇਰੇ ਬੋਲਾਂ ਤੋਂ, ਮੇਰੀ ਤੱਕਣੀ ਤੋਂ, ਮੇਰੇ ਕਰਮਾਂ ਤੋਂ, ਮੇਰੇ ਵੇਖਣ ਤੋਂ, ਮੇਰੇ ਚੱਲਣ ਤੋਂ, ਮੇਰੇ ਫਿਰਨ ਤੋਂ, ਮੇਰੀ ਮੁਕੰਮਲ ਜ਼ਿੰਦਗੀ ਨੂੰ ਵਾਚਿਆ ਜਾ ਰਿਹਾ ਹੈ। ਹੁਣ ਅਸੀਂ ਇਸ ਚੀਜ਼ ਨੂੰ ਵੇਖੀਏ, ਮੈਂ ਇਸ ਚੀਜ਼ ਨੂੰ ਵੇਖਾਂ, ਮੀਨਸ ਮੈਂ ਇਹਦੇ ਤੇ ਅਮਲ ਕਰਾਂ, ਤੇਰੀ ਸ਼ਰਨ ਵਿੱਚ ਵੀ ਰਹਾਂ ਔਰ ਤੈਨੂੰ ਹਾਜ਼ਰ ਨਾਜ਼ਰ ਵੀ ਵੇਖਾਂ, ਸਮਝਾਂ, ਜਾਣਾ। ਹੁਣ ਇਹਦਾ ਮਤਲਬ ਇਹ ਨਹੀਂ ਕਿ ਜੇ ਅਸੀਂ ਨਹੀਂ ਵੇਖ ਰਹੇ ਤੇ ਰੱਬ ਹਾਜ਼ਰ ਨਾਜ਼ਰ ਨਹੀਂ ਹੈ।
ਰੱਬ ਤਾਂ ਮੇਰੇ ਅੰਦਰ ਹਰ ਵਕਤ ਹੈ, ਸਾਰਾ ਦਿਸਦਾ ਜਗਤ ਰੱਬ ਦਾ ਹੀ ਰੂਪ ਹੈ, ਰੱਬ ਤੋਂ ਬਿਨਾਂ ਕੁਝ ਹੈ ਹੀ ਨਹੀਂ। ਅਸੀਂ ਨਹੀਂ ਵੇਖ ਰਹੇ, ਅਸੀਂ ਪ੍ਰੋਮਿਸ ਕਰਨੀ ਹੈ, ਅਸੀਂ ਵੇਖਣਾ ਹੈ, ਅਸੀਂ ਇਹਨਾਂ ਚੀਜ਼ਾਂ ਨੂੰ ਅਮਲ ਵਿੱਚ ਲਿਆਉਣਾ ਹੈ। ਮਹਿਲਾ ਪੰਜਵਾਂ, ਪਤਿਤ ਪੁਨੀਤ ਅਸੰਖ ਹੋਹੇ ਹਰ ਚਰਣੀ ਮਨ ਲਾਗ। ਹੋਹੇ ਨਹੀਂ, ਬਿੰਦੀ ਲਗਾ ਕੇ ਹੋਹੇ, ਕਿਉਂਕਿ ਕਿਰਿਆਵਾਚੀ ਸ਼ਬਦ ਹੈ। ਪਤਿਤ ਪੁਨੀਤ ਅਸੰਖ ਹੋਹੇ, ਅਸੰਖ ਦਾ ਮਤਲਬ ਅਣਗਿਣਤ, ਪਤਿਤ ਦਾ ਮਤਲਬ ਡਿੱਗੇ ਹੋਏ, ਵਿਕਾਰਾਂ ਵਿੱਚ ਗਿਰੇ ਹੋਏ, ਜਿਨ੍ਹਾਂ ਨੂੰ ਅਸੀਂ ਪਾਪੀ ਕਹਿ ਦਿੰਦੇ ਹਾਂ, ਜਿਨ੍ਹਾਂ ਦੀ ਸੋਚ ਵਿਕਾਰਾਂ ਵਿੱਚ ਖਚਤ ਹੈ, ਈਰਖਾ, ਦਵੇਸ਼, ਵੈਰ, ਵਿਰੋਧ ਵਿੱਚ ਜੋ ਗਰਕੇ ਹੋਏ ਨੇ। ਤੇ ਪੁਨੀਤ ਦਾ ਮਤਲਬ ਪਵਿੱਤਰ। ਹਰ ਚਰਨੀ ਮਨ ਲਾਗ ਦਾ ਮਤਲਬ ਜਿਨ੍ਹਾਂ ਦਾ ਮਨ ਪ੍ਰਭੂ ਦੇ ਚਰਨਾਂ ਵਿੱਚ ਲੱਗ ਜਾਏ ਤਾਂ ਉਹ ਅਸੰਖਾਂ ਹੀ ਵਿਕਾਰਾਂ ਵਿੱਚ ਡਿੱਗੇ ਹੋਏ ਜੀਵ ਵੀ ਪਵਿੱਤਰ ਹੋ ਜਾਂਦੇ। ਜੇ ਮਨ ਰੱਬੀ ਗੁਣਾਂ ਦੇ ਨਾਲ ਲੱਗ ਜਾਏ, ਚਰਨਾਂ ਦਾ ਮਤਲਬ ਰੱਬੀ ਗੁਣ, ਰੱਬੀ ਗੁਣਾਂ ਦੇ ਨਾਲ ਜੇ ਮਨ ਦਾ ਮਤਲਬ ਸੋਚ ਜੁੜ ਜਾਏ ਤਾਂ ਅਸੰਖਾਂ ਲੋਕ, ਅਣਗਿਣਤ ਲੋਕ ਜੋ ਡਿੱਗੇ ਹੋਏ ਨੇ ਵਿਕਾਰਾਂ ਵਿੱਚ, ਉਹ ਵੀ ਪਤਿਤ ਹੋ ਜਾਂਦੇ ਨੇ। ਇਹ ਪੋਸੀਬਿਲਿਟੀ। ਔਰ ਕਿੰਨਾ ਸੌਖਾ ਕੰਮ ਹੈ ਪਤਿਤ ਤੋਂ ਪੁਨੀਤ ਹੋਣ ਦਾ, ਨਿੱਕੇ ਤੋਂ ਵੱਡੇ ਹੋਣ ਦਾ, ਅਧਰਮੀ ਤੋਂ ਧਰਮੀ ਹੋਣ ਦਾ, ਰੁਲਦਿਆਂ ਫਿਰਦਿਆਂ ਤੋਂ ਮਹਾਨਤਾ ਪ੍ਰਾਪਤ ਕਰਨ ਦਾ, ਖੁਸ਼ੀਆਂ ਚਿੰਤਾਵਾਂ ਚੋਂ ਨਿਕਲ ਕੇ ਖੁਸ਼ੀਆਂ ਵਿੱਚ ਜਾਣ ਦਾ। ਸੋਚ ਬਦਲਣੀ ਹੈ, ਸਿਰਫ ਸੋਚ ਨੂੰ ਗੁਣਾਂ ਦੇ ਨਾਲ ਜੋੜਨਾ ਹੈ। ਸੱਚਾਈ ਹੈ, ਨਿਰਭੈਤਾ ਹੈ, ਨਿਰਵੈਰਤਾ ਹੈ, ਦਇਆ ਹੈ, ਪ੍ਰੇਮ ਹੈ, ਇਨਸਾਨੀਅਤ ਹੈ। ਸੋਚ ਨੂੰ ਇਹਦੇ ਨਾਲ ਜੋੜ ਲਓ ਤੇ 1 ਮਿੰਟ ਦੇ ਵਿੱਚ ਹੀ ਪੁਨੀਤ ਹੋ ਜਾਓਗੇ। ਇੱਕ ਪਾਲੀ ਤੇ ਲਾਗਤ। ਸੋਚ ਹੀ ਤੇ ਹੈ ਜਿਸ ਕਰਕੇ ਅਸੀਂ ਦੁਖੀ ਹਾਂ, ਸੋਚ ਹੀ ਤੇ ਹੈ ਜਿਸ ਕਰਕੇ ਅਸੀਂ ਕਮਲੇ ਹੋਏ ਫਿਰਦੇ ਹਾਂ, ਝੱਲੇ ਹੋਏ ਫਿਰਦੇ ਹਾਂ, ਲੜਦੇ ਫਿਰਦੇ ਹਾਂ, ਈਰਖਾ, ਦਵੇਸ਼, ਵੈਰ, ਵਿਰੋਧ ਵਿੱਚ ਖਚਤ ਹਾਂ। ਤਾਂ ਅਸੰਖਾਂ ਹੀ ਲੋਕ ਗਿਰੇ ਹੋਏ ਪਤਿਤ ਔਰ ਪੁਨੀਤ ਹੋ ਜਾਂਦੇ ਨੇ ਜੇਕਰ ਉਹਨਾਂ ਦਾ ਮਨ ਰੱਬੀ ਗੁਣਾਂ ਦੇ ਨਾਲ ਲੱਗ ਜਾਏ। ਤਾਂ ਗੁਰੂ ਜੀ ਸਾਨੂੰ ਰੱਬੀ ਗੁਣਾਂ ਦੇ ਨਾਲ ਜੋੜ ਕੇ ਨੀਵਿਆਂ ਤੋਂ ਮਹਾਨ ਵੇਖਣਾ ਚਾਹੁੰਦੇ ਨੇ। ਇਸ ਸੰਸਾਰ ਦੇ ਹਰ ਇਨਸਾਨ ਨੂੰ ਸਚਿਆਰ ਵੇਖਣਾ ਚਾਹੁੰਦੇ ਨੇ। ਇਸ ਸੰਸਾਰ ਨੂੰ ਸਵਰਗ ਬਣਿਆ ਹੋਇਆ ਤੱਕਣਾ ਚਾਹੁੰਦੇ। 68 ਤੀਰਥ ਨਾਮ ਪ੍ਰਭ ਜਿਸ ਨਾਨਕ ਮਸਤਕ ਭਾਗ। ਮਸਤਕ ਦਾ ਮਤਲਬ ਮੱਥੇ ਤੇ। ਜੇ ਮਸਤਕ ਦੇ ਕੱਕੇ ਥੱਲੇ ਔਂਕੜ ਹੁੰਦਾ ਫਿਰ ਇਹਦਾ ਅਰਥ ਹੋਣਾ ਸੀ ਮਸਤਕ, ਮੱਥਾ। ਪਰ ਹੁਣ ਕੱਕੇ ਨਾਲ ਸਿਹਾਰੀ ਹੈ, ਇਹਦਾ ਮਤਲਬ ਮਸਤਕ ਤੇ। 68 ਦਾ ਮਤਲਬ 68। 68 ਤੀਰਥ ਨਾਮ ਪ੍ਰਭ। ਹੁਣ ਲੋਕ ਤੀਰਥਾਂ ਨੂੰ ਮੰਨਦੇ ਨੇ ਕਿ ਫਲਾਂ ਤੀਰਥ ਬੜਾ ਪਵਿੱਤਰ ਹੈ, ਉਸ ਤੀਰਥ ਤੇ ਨਹਾਤਿਆਂ ਪਾਪ ਲੈ ਜਾਂਦੇ ਨੇ, ਫਲਾਂ ਤੀਰਥ ਦੇ ਉੱਤੇ ਜਾਈਏ ਤਾਂ ਉੱਥੇ ਪੁੱਤਰ ਹੁੰਦੇ ਨੇ, ਉਸ ਤੀਰਥ ਦੇ ਉੱਤੇ ਜਾਈਏ ਤਾਂ ਮੁਕਦਮੇ ਜਿੱਤੇ ਜਾਂਦੇ ਨੇ। ਇੰਡੀਆ ਦੇ ਵਿੱਚ ਇੱਕ ਗੁਰਦੁਆਰਾ, ਸ਼ਾਇਦ ਮੈਨੂੰ ਨਾਮ ਨਹੀਂ ਯਾਦ, ਸ਼ਾਇਦ ਤੱਲਣ ਜਾਂ ਕੁਛ ਐਸਾ ਪਿੰਡ ਹੈ ਜਿੱਥੇ ਲੋਕ ਨਾ ਜਹਾਜ਼ ਚੜਾਉਂਦੇ ਨੇ, ਖਿਡੌਣੇ। ਤੁਹਾਨੂੰ ਪਤਾ ਹੋਣਾ ਬੜੇ ਖਿਡੌਣੇ ਉੱਥੇ ਪਏ ਨੇ ਜਹਾਜ਼। ਵੀ ਇੱਥੇ ਜਹਾਜ਼ ਚੜਾਈਏ ਤੇ ਵੀਜ਼ੇ ਲੱਗ ਜਾਂਦੇ ਨੇ। ਮਨੌਤ ਹੈ ਨਾ ਲੋਕਾਂ ਦੀ। ਔਰ ਐਸੇ ਲੋਕਾਂ ਦੇ ਅੰਦਰ ਵਹਿਮ ਕਿ ਤੀਰਥਾਂ ਤੇ ਨਹਾਉਣ ਦੇ ਨਾਲ ਸ਼ਾਇਦ ਪਾਪ ਕੱਟੇ ਜਾਣ, ਤੀਰਥਾਂ ਤੇ ਨਹਾਉਣ ਨਾਲ ਸ਼ਾਇਦ ਸਾਨੂੰ ਸਵਰਗ ਮਿਲ ਜਾਏ। ਤਾਂ ਗੁਰੂ ਜੀ ਕਹਿੰਦੇ ਨੇ ਤੀਰਥਾਂ ਤੇ ਨਹਾਉਣ ਨਾਲ ਕੁਝ ਨਹੀਂ ਹੋਣਾ। ਤੀਰਥਾਂ ਤੇ ਨਹਾਉਣ ਦੇ ਨਾਲ ਸੋਚ ਨਹੀਂ ਬਦਲਦੀ, ਕਿਉਂਕਿ ਮੈਲੀ ਤੇ ਸੋਚ ਹੈ। ਤੇ ਤੀਰਥਾਂ ਤੇ ਨਹਾ ਰਿਹਾ ਸਰੀਰ, ਤੀਰਥ ਦੇ ਉੱਤੇ ਪਾਣੀ ਦੇ ਵਿੱਚ ਮਨ ਨੇ ਤੇ ਨਹਾਉਣਾ ਨਹੀਂ, ਮੈਲਾ ਮਨ ਹੈ, ਧੋ ਤਨ ਨੂੰ ਰਹੇ ਆ। ਤਾਂ ਗੁਰਦੇਵ ਨੇ ਥਾਂ ਪਰ ਥਾਂ ਕਿਹਾ ਹੈ ਨਾ, ਜਲ ਕੇ ਮੱਜਨ ਜੇ ਗਤ ਹੋਵੇ ਨਿਤ ਨਿਤ ਮੇਂਢਕ ਨਾਵੇਂ, ਜੈਸੇ ਮੇਂਢਕ ਤੈਸੇ ਕੋਈ ਨਾ। ਤਾਂ ਗੁਰੂ ਜੀ ਕਹਿੰਦੇ ਨੇ ਜੋ ਪ੍ਰਭੂ ਦਾ ਨਾਮ ਹੈ ਨਾ, ਪ੍ਰਭੂ ਦੇ ਨਾਮ ਦਾ ਮਤਲਬ ਪ੍ਰਭੂ ਦਾ ਹੁਕਮ, ਰੱਬੀ ਰਜਾ, ਇਹੀ 68 ਤੀਰਥ ਨੇ। ਜੇ ਤੁਸੀਂ ਰੱਬੀ ਰਜਾ ਦੇ ਵਿੱਚ ਤੁਰ ਲਿਆ, ਸਮਝ ਲਓ 68 ਤੀਰਥਾਂ ਦਾ ਤੁਹਾਡਾ ਇਸ਼ਨਾਨ ਹੋ ਗਿਆ। ਤੀਰਥਾਂ ਤੇ ਜਾਣ ਦੀ ਲੋੜ ਨਹੀਂ ਹੈ। ਰੱਬੀ ਰਜਾ ਦੇ ਅੰਦਰ ਤੁਰੋਗੇ, ਰੱਬੀ ਗੁਣਾਂ ਦੇ ਧਾਰਨੀ ਹੋਗੇ ਤੇ ਅੰਦਰਲਾ ਧੁੱਪ ਜਾਏਗਾ, ਸੋਚ ਪਵਿੱਤਰ ਹੋ ਜਾਏਗੀ। ਔਰ ਹਕੀਕਤ ਹੈ ਜੇ ਅਸੀਂ ਰਜਾ ਨੂੰ ਸਮਝੀਏ, ਹੁਕਮ ਨੂੰ ਸਮਝੀਏ, ਗੁਰਬਾਣੀ ਅਨੁਸਾਰ ਜ਼ਿੰਦਗੀ ਜੀਵੀਏ ਤਾਂ ਫਿਰ ਕੋਈ ਤੀਰਥਾਂ ਤੇ ਨਹਾਉਣ ਦੀ ਸਾਨੂੰ ਲੋੜ ਨਹੀਂ ਹੈ, ਕਿਉਂਕਿ ਗੁਰਬਾਣੀ ਨੇ ਸਾਡੀ ਸੋਚ ਨੂੰ ਪਵਿੱਤਰ ਕਰ ਦੇਣਾ ਹੈ। ਸੱਚਾਈ, ਦਇਆ, ਪਿਆਰ, ਮੁਹੱਬਤ, ਇਹ ਸਾਰਾ ਕੁਝ ਆ ਗਿਆ ਤੇ ਜ਼ਿੰਦਗੀ ਸਫਲ ਹੋ ਗਈ। ਪਰ ਇਹ ਚੀਜ਼ ਮਿਲੇਗੀ ਕਿਹਨੂੰ? 68 ਤੀਰਥ ਨਾਮ ਪ੍ਰਭੂ ਦਾ ਹੁਕਮ ਹੀ
ਪ੍ਰਭੂ ਦੇ ਗੁਣ ਹੀ, ਰਜਾ ਦੇ ਵਿੱਚ ਰਹਿਣਾ ਹੀ ਅਠਾਟ ਤੀਰਥਾਂ ਦਾ ਇਸ਼ਨਾਨ ਹੈ। ਪਰ ਮਿਲਦਾ ਕਿਹਨੂੰ ਹੈ? ਜਿਸ ਨਾਨਕ ਮਸਤਕ ਭਾਗ, ਜਿਹਦੇ ਮੱਥੇ ਤੇ ਭਾਗ ਲਿਖੇ ਨੇ। ਹੁਣ ਭਾਗ ਲਿਖੇ ਨੇ, ਇਹ ਤੇ ਆਪਾਂ ਐਕਸਪਲੇਨ ਬਹੁਤ ਵਾਰੀ ਕਰ ਚੁੱਕੇ ਹਾਂ, ਪਰ ਇਹ ਬਾਰ-ਬਾਰ ਐਕਸਪਲੇਨ ਕੀਤਾ ਜਾਏ ਤਾਂ ਵਧੀਆ ਹੈ, ਕਿਉਂਕਿ ਚੀਜ਼ਾਂ ਸਾਡੇ ਅੰਦਰ ਪੱਕੀਆਂ ਹੋ ਜਾਣ। ਹੁਣ ਭਾਗ ਲਿਖੇ ਨੇ, ਤੇ ਜਿਹੜੇ ਆ ਲੋਕ ਨੇ ਬਾਕੀ ਦੇ ਜਿਹੜੇ, ਜੇ ਅਸੀਂ ਇੰਡੀਆ ਦੇ ਵਿੱਚ ਤੇ ਤੀਰਥਾਂ ਨੂੰ ਮੰਨਦੇ ਆ ਨਾ ਤੇ ਉੱਥੇ ਇਸ਼ਨਾਨ ਕਰਦੇ ਆ, ਤਾਂ ਹੁਣ ਗੋਰੇ ਤੇ ਮੇਰੇ ਖਿਆਲ ਚ, ਮੈਨੂੰ ਨਹੀਂ ਪਤਾ ਇਹਨਾਂ ਦਾ ਕੋਈ ਤੀਰਥ ਹੋਏ ਜਿੱਥੇ ਇਸ਼ਨਾਨ ਕਰਨ ਜਾਂਦੇ ਹੋਣ ਸਾਡੀ ਤਰ੍ਹਾਂ, ਪਰ ਹੋ ਸਕਦਾ ਹੋਣ, ਪਰ ਬਹੁਤੇ ਨਹੀਂ ਨਾਂਦੇ ਨਾ। ਫਿਰ ਇਹਦਾ ਮਤਲਬ ਕਿ ਰੱਬ ਨੇ ਇਹਨਾਂ ਦੇ ਮਸਤਕ ਤੇ ਜਾਂ ਹੋਰ ਜਿਹੜੇ ਨੇ ਉਹਨਾਂ ਦੇ ਮਸਤਕ ਤੇ ਨਹੀਂ ਲਿਖੇ, ਰੱਬ ਨੇ ਅਲੱਗ-ਅਲੱਗ ਲਿਖ ਦਿੱਤਾ ਹੈ ਕਿ ਹਿੰਦੂ ਵੀਰਾਂ ਨੂੰ ਤੇ ਤੁਸੀਂ ਤੇ ਇਹਨਾਂ ਤੀਰਥਾਂ ਤੇ ਨਹਾਓਗੇ ਤਾਂ ਤੁਹਾਡੇ ਪਾਪ ਉਤਰਨਗੇ, ਸਿੱਖਾਂ ਦੇ ਇੱਥੇ ਉਤਰਨਗੇ, ਮੁਸਲਮਾਨਾਂ ਦੇ ਇੱਥੇ, ਈਸਾਈਆਂ ਦੇ ਇੱਥੇ। ਇਹਦਾ ਮਤਲਬ ਫਿਰ ਰੱਬ ਨੇ ਅਲੱਗ-ਅਲੱਗ ਲਿਖਿਆ ਹੈ ਨਾ। ਗੱਲ ਇਹ ਨਹੀਂ ਹੈ, ਰੱਬੀ ਰਜ਼ਾ ਦੇ ਅੰਦਰ ਤੁਰਨ ਦੇ ਲੇਖ ਰੱਬ ਨੇ ਥੋੜਾ ਲਿਖੇ ਨੇ ਵੀ ਤੁਸੀਂ ਮੇਰੇ ਹੁਕਮ ਵਿੱਚ ਨਾ ਤੁਰਿਓ। ਜੇ ਤੇ ਰੱਬ ਨੇ ਲਿਖੇ ਨੇ ਮੇਰੇ ਮਸਤਕ ਤੇ ਲੇਖ ਪਿਮੋਰ ਸਿੰਘ ਤੂੰ ਹੁਕਮ ਨੂੰ ਫੋਲੋ ਨਹੀਂ ਕਰ ਸਕੇਗਾ, ਤੇ ਇਹਦੇ ਵਿੱਚ ਹੁਣ ਜੇ ਮੈਂ ਹੁਕਮ ਨੂੰ ਫੋਲੋ ਨਹੀਂ ਕਰ ਰਿਹਾ ਤੇ ਫਿਰ ਦੋਸ਼ ਕਿਹਦਾ ਹੈ? ਕਿਉਂਕਿ ਮੇਰੇ ਮਸਤਕ ਤੇ ਲਿਖ ਹੀ ਦਿੱਤਾ ਵੀ ਤੂੰ ਨਹੀਂ ਕਰ ਸਕਦਾ, ਤੇ ਮੈਂ ਹੁਣ ਕਰ ਹੀ ਨਹੀਂ ਸਕਦਾ, ਤੇ ਫਿਰ ਮੈਂ ਕੀ ਕਰਾਂ? ਤੁਹਾਡੇ ਮਸਤਕ ਤੇ ਲਿਖਤਾ ਹੈ ਵੀ ਤੁਸੀਂ ਹੁਕਮ ਨੂੰ ਫੋਲੋ ਕਰ ਹੀ ਨਹੀਂ ਸਕਦੇ, ਤੇ ਫਿਰ ਕੀ ਕਰੋਗੇ? ਤੁਹਾਡਾ ਦੋਸ਼ ਕੀ ਹੈ? ਹੁਕਮ ਨੂੰ ਸਮਝਣ ਦੀ ਲੋੜ ਹੈ। ਹੁਕਮ ਦੇ ਅੰਦਰ ਲੇਖ ਲਿਖੇ ਜਾਂਦੇ ਨੇ, ਜੋ ਅਸੀਂ ਕਲਪਨਾ ਕਰਦੇ ਹਾਂ, ਜੋ ਅਸੀਂ ਸੋਚਦੇ ਹਾਂ, ਉਹ ਸਾਡਾ ਸੁਭਾਅ ਬਣੀ ਜਾਂਦਾ ਹੈ। ਉਹ ਲੇਖ ਅਸੀਂ ਲਿਖ ਰਹੇ ਹਾਂ, ਸੰਸਕਾਰ ਅਸੀਂ ਲਿਖ ਰਹੇ ਹਾਂ। ਜਿਹੋ ਜਿਹੀਆਂ ਆਦਤਾਂ, ਜਿਹੋ ਜਿਹਾ ਸੁਭਾਅ, ਜਿਹੋ ਜਿਹਾ ਸੋਚ ਬਣ ਜਾਂਦਾ ਹੈ, ਉਸੇ ਤਰ੍ਹਾਂ ਫਿਰ ਅਸੀਂ ਕਰੀ ਜਾਂਦੇ ਹਾਂ। ਹੁਣ ਜਿਨ੍ਹਾਂ ਨੇ ਤੀਰਥ ਇਸ਼ਨਾਨਾਂ ਦੇ ਲੇਖ ਲਿਖ ਲੈਣੇ, ਉਹ ਤੀਰਥਾਂ ਤੇ ਤੁਰੇ ਫਿਰਦੇ ਨੇ, ਪਰ ਜਿਨ੍ਹਾਂ ਨੇ ਆਪਣੇ ਅੰਦਰ ਸੰਸਕਾਰ ਐਸੇ ਪੈਦਾ ਕੀਤੇ ਨੇ ਰੱਬੀ ਰਜ਼ਾ ਵਿੱਚ ਤੁਰਨ ਦੇ, ਗੁਰਬਾਣੀ ਅਨੁਸਾਰ ਜ਼ਿੰਦਗੀ ਜੀਣ ਦੇ, ਉਹ ਫਿਰ ਪ੍ਰਭੂ ਦੇ ਹੁਕਮ ਦੇ ਅੰਦਰ ਤੁਰਦੇ ਨੇ। ਤਾਂ ਜਿਨ੍ਹਾਂ ਦੇ ਮਸਤਕ ਤੇ ਸੰਸਕਾਰ ਨੇ ਐਸੇ, ਉਹ ਲੋਕ ਪ੍ਰਭੂ ਦੇ ਹੁਕਮ ਦੇ ਅੰਦਰ ਚੱਲਦੇ ਨੇ, ਤੇ ਉਹਨਾਂ ਨੂੰ ਅਠਾਟ ਤੀਰਥਾਂ ਦੀ ਲੋੜ ਨਹੀਂ। ਰੱਬੀ ਰਜ਼ਾ ਦੇ ਅੰਦਰ ਤੁਰਨਾ ਹੀ ਅਸਲ ਦੇ ਅੰਦਰ ਅਠਾਟ ਤੀਰਥਾਂ ਦਾ ਇਸ਼ਨਾਨ ਹੈ। ਪੌੜੀ, ਨਿਤ ਜਪੀਐ ਸਾਸ ਗਿਰਾਸ, ਨਾਉ ਪਰਵਤਿਗਾਰ ਦਾ। ਸਾਸ ਦਾ ਮਤਲਬ ਸਾਹ ਲੈਂਦੇ ਆ, ਗਰਾਸ ਦਾ ਮਤਲਬ ਖਾਂਦੇ ਆ, ਪਰਵਤਿਗਾਰ ਦਾ ਮਤਲਬ ਪਾਲਣ ਵਾਲਾ, ਯਾਨੀ ਸਾਹ ਨਾਲ, ਗ੍ਰਾਹੀ ਨਾਲ। ਸਾਸ ਗਰਾਸ ਦਾ ਮਤਲਬ ਸਾਹ ਲੈਂਦੇ ਆ, ਖਾਂਦੇ ਆ, ਭਾਵ ਹਰ ਵੇਲੇ। ਜਪੀਏ ਦਾ ਮਤਲਬ ਜਪਣਾ ਚਾਹੀਦਾ ਹੈ। ਜਪ ਦਾ ਮਤਲਬ ਹੁੰਦਾ ਹੈ ਜਾਣਨਾ, ਸਾਂਝ ਪਾਣੀ, ਇੰਪਲੀਮੈਂਟ ਕਰਨਾ। ਤੇ ਨਾਉ ਦਾ ਮਤਲਬ, ਨਾਉ ਦਾ ਮਤਲਬ ਹੁਕਮ। ਜਪੀਏ ਦਾ ਮਤਲਬ ਜਾਣੀਏ, ਸਾਂਝ ਪਾਈਏ। ਤਾਂ ਹਰ ਸਵਾਸ ਨਾਲ, ਹਰ ਗਿਰਾਸ ਨਾਲ, ਭਾਵ ਹਰ ਵੇਲੇ ਰੱਬੀ ਹੁਕਮ ਦੇ ਨਾਲ ਸਾਂਝ ਪਾ ਕੇ ਰੱਖਣੀ ਚਾਹੀਦੀ। ਰੱਬੀ ਹੁਕਮ ਨਾਲੋਂ, ਰੱਬੀ ਗੁਣਾਂ ਨਾਲੋਂ ਇੱਕ ਪਲ ਵੀ ਆਪਣੀ ਸਾਂਝ ਨਾ ਤੋੜੋ। ਜਦੋਂ ਮੈਂ ਝੂਠ ਬੋਲਦਾ ਹਾਂ ਤਾਂ ਉਦੋਂ ਮੇਰੀ ਸਾਂਝ ਰੱਬੀ ਹੁਕਮ ਨਾਲੋਂ ਟੁੱਟਦੀ ਹੁੰਦੀ ਹੈ। ਜਦੋਂ ਮੈਂ ਝੂਠ ਬੋਲਦਾ ਹਾਂ ਉਦੋਂ ਮੇਰੀ ਸੋਚ ਦੀ ਸਾਂਝ ਸੱਚ ਦੇ ਨਾਲੋਂ ਟੁੱਟ ਗਈ ਹੁੰਦੀ ਹੈ। ਜਦੋਂ ਮੈਂ ਕ੍ਰੋਧ ਦੇ ਨਾਲ ਤੁਹਾਡੇ ਨਾਲ ਲੜਦਾ ਹਾਂ ਤਾਂ ਉਦੋਂ ਮੇਰੀ ਸਾਂਝ ਸੋਚ ਦੀ ਪ੍ਰੇਮ ਨਾਲੋਂ ਟੁੱਟ ਚੁੱਕੀ ਹੁੰਦੀ ਹੈ। ਤਾਂ ਗੁਰੂ ਜੀ ਕਹਿੰਦੇ ਨੇ ਹਰ ਵਕਤ ਰੱਬੀ ਗੁਣਾਂ ਨਾਲ, ਰੱਬੀ ਸਿਫਤ ਸਲਾਹ ਦੇ ਨਾਲ ਆਪਣੀ ਸਾਂਝ ਬਣਾ ਕੇ ਰੱਖੋ। ਜਪਨ ਦਾ ਮਤਲਬ ਜਾਣਨਾ, ਸਾਂਝ ਬਣਾਉਣਾ, ਜਾਣ ਪਛਾਣ, ਸਾਂਝ ਬਣਾਣੀ। ਤਾਂ ਹਰ ਪਲ, ਹਰ ਸਵਾਸ, ਹਰ ਸਮੇਂ ਰੱਬੀ ਹੁਕਮ ਨਾਲ, ਰੱਬੀ ਗੁਣਾਂ ਦੇ ਨਾਲ ਸਾਨੂੰ ਸਾਂਝ ਬਣਾ ਕੇ ਰੱਖਣੀ ਚਾਹੀਦੀ ਹੈ। ਹਰ ਵਕਤ ਸਾਂਝ ਬਣਾ ਕੇ ਰੱਖਣੀ ਚਾਹੀਦੀ। ਜਿਸ ਨੂੰ ਕਰੇ ਰਹਿਮ ਤਿਸ ਨਾ ਵਿਸਾਰਦਾ। ਇੱਥੇ ਰਹਿਮ ਦਾ ਮਤਲਬ ਹੈ ਰਹਿਮ, ਤਰਸ, ਦਇਆ। ਜਿਸ ਬੰਦੇ ਤੇ ਮਿਹਰ ਕਰਦਾ ਹੈ ਉਹਨੂੰ ਆਪਣੇ ਮਨੋਂ ਨਹੀਂ ਭੁਲਾਉਂਦਾ। ਉਹ ਹਮੇਸ਼ਾ ਰੱਬ ਦੀ ਯਾਦ ਵਿੱਚ, ਰੱਬ ਦੀ ਸ਼ਰਨ ਵਿੱਚ, ਉਹ ਹਮੇਸ਼ਾ ਰੱਬ ਨੂੰ ਯਾਦ ਹੈ। ਉਹ ਭਾਵੇਂ ਰੱਬ ਨੂੰ ਭੁਲਾ ਦੇਵੇ, ਜਿਹਦੇ ਤੇ ਰਹਿਮਤ ਕਰਦਾ ਹੈ ਰੱਬ ਉਹਨੂੰ ਭੁਲਾਉਂਦਾ ਨਹੀਂ। ਹੁਣ ਇਹ ਥੋੜੀ ਜਿਹੀ ਚੀਜ਼ ਸਮਝਣ ਵਾਲੀ ਹੈ। ਗੁਰਦੇਵ ਪਿਤਾ ਨੇ ਬੜੇ ਪਿਆਰੇ ਬਚਨ ਕਹੇ ਨੇ। ਉਹ ਕਹਿਣ ਲੱਗੇ, ਫਰੀਦਾ
पिछल रात ना जागियो है जीवन दड़ो मुझो है। ਤੇ ਜੇ ਤੂੰ ਪਿਛਲੀ ਰਾਤ ਨਹੀਂ ਜਾਗਿਆ, ਭਾਵ ਸੁਚੇਤ ਨਹੀਂ ਹੋਇਆ, ਪਿਛਲੀ ਰਾਤ ਦਿਨੇ ਹਰ ਰੋਜ਼ ਜੇ ਤੂੰ ਸੁਚੇਤ ਨਹੀਂ ਹੁੰਦਾ, ਸ਼ੁਭ ਗੁਣਾਂ ਨਾਲ ਨਹੀਂ ਜੁੜਦਾ, ਤਾਂ ਜੀਵਨ ਦੜੋ ਮੁਯੋਏ ਦਾ ਮਤਲਬ ਤੂੰ ਜਿਉਂਦਾ ਹੀ ਮੋਇਆਂ ਦੇ ਬਰਾਬਰ ਹੈ, ਤੂੰ ਚਲਦੀ ਫਿਰਦੀ ਇੱਕ ਲਾਸ਼ ਹੈ। ਅਗਲੀ ਪੰਕਤੀ ਵਿੱਚ ਕਹਿ ਰਹੇ ਨੇ ਜੇ ਤੈਂ ਰੱਬ ਵਿਸਾਰਿਆ, ਜੇ ਤੂੰ ਰੱਬ ਨੂੰ ਭੁਲਾ ਦਿੱਤਾ ਫਿਰ ਕੀ ਹੋਇਆ? ਤਾਂ ਰੱਬ ਨਾ ਵਿਸਰਿਓ ਹੋਏ, ਰੱਬ ਨੇ ਤੈਨੂੰ ਨਹੀਂ ਭੁਲਾਇਆ। ਦੇਖੋ ਤੂੰ ਭੁਲਾਇਆ ਹੈ ਰੱਬ ਨੂੰ, ਰੱਬ ਨੇ ਤੈਨੂੰ ਥੋੜਾ ਭੁਲਾਇਆ। ਹੁਣ ਮੈਂ ਸਿਸਟਮ ਦੀ ਫੋਲੋ ਨਹੀਂ ਕਰ ਰਿਹਾ, ਮੈਂ ਹੁਕਮ ਨੂੰ ਭੁਲਾਇਆ ਹੋਇਆ ਹੈ, ਪਰ ਹੁਕਮ ਨੇ ਤੇ ਮੈਨੂੰ ਨਹੀਂ ਨਾ ਭੁਲਾਇਆ ਹੋਇਆ, ਹੁਕਮ ਨੇ ਮੈਨੂੰ ਥੋੜਾ ਭੁਲਾਇਆ। ਕੋਈ ਬੰਦਾ ਡਾਕਟਰ ਦੇ ਕੋਲ ਗਿਆ ਤੇ ਉਹ ਕਹਿਣ ਲੱਗਾ ਵੀ ਮੈਂ ਨਾ weight ਘਟਾਣਾ, ਉਹ ਕਹਿਣ ਲੱਗਾ ਥੋੜੀ ਇੰਨੀ ਕਸਰਤ ਕਰਿਆ ਕਰ ਤੇ ਬਾਕੀ ਥੋੜਾ ਖਾਣ ਪੀਣ ਤੇ ਕੰਟਰੋਲ, ਤੇ ਪ੍ਰਸ਼ਾਦੇ ਕਿੰਨੇ ਖਾਣਾ ਹੈ? ਕਹਿਣ ਲੱਗਾ ਜੀ ਪ੍ਰਸ਼ਾਦੇ ਮੈਂ 6 ਖਾਣਾ ਦਿਨ ਵਿੱਚ। ਉਹ ਕਹਿਣ ਲੱਗਾ ਏਦਾਂ ਕਰ ਵੀ ਪ੍ਰਸ਼ਾਦੇ 5 ਕਰ ਦੇ ਤੇ ਥੋੜਾ ਸੈਲਡ ਖਾ ਲਿਆ ਕਰ। ਤੇ ਮਹੀਨੇ ਬਾਅਦ ਗਿਆ ਤੇ weight ਉਨਾ ਹੀ। ਉਹਨੇ ਕਿਹਾ ਵੀ ਸੈਰ? ਕਹਿੰਦਾ ਹਾਂਜੀ ਕਰਦਾ। ਕਹਿੰਦਾ ਪ੍ਰਸ਼ਾਦੇ ਮੈਂ 5 ਕਰਤੇ ਸੀ। ਕਹਿੰਦਾ ਫਿਰ ਏਦਾਂ ਕਰ ਵੀ ਪ੍ਰਸ਼ਾਦੇ 4 ਕਰ ਦੇ। ਉਹਨੇ ਪ੍ਰਸ਼ਾਦੇ 4 ਕਰਤੇ। ਮਹੀਨੇ ਬਾਅਦ ਗਿਆ, ਕਹਿੰਦਾ weight ਘਟਿਆ ਨਹੀਂ, ਕਹਿੰਦਾ ਪ੍ਰਸ਼ਾਦੇ, ਕਹਿੰਦਾ ਡਾਕਟਰ ਜੀ ਤੁਸੀਂ 6 ਤੋਂ 4 ਕਿਹਾ ਸੀ, ਮੈਂ 4 ਹੁਣ 4 ਖਾਣਾ। ਕਹਿੰਦਾ 3 ਕਰਤੇ। ਉਹਨੇ 3 ਕਰਤੇ। ਮਹੀਨੇ ਬਾਅਦ ਫਿਰ ਗਿਆ, ਕਹਿਣ ਲੱਗਾ ਪ੍ਰਸ਼ਾਦੇ, ਕਹਿੰਦਾ ਜੀ 3, ਕਹਿੰਦਾ ਪ੍ਰਸ਼ਾਦੇ 2 ਕਰਦੇ ਯਾਰ, ਫਿਰ ਤੇਰਾ weight ਘਟਣਾ ਚਾਹੀਦਾ 2। ਉਹ ਮਹੀਨੇ ਬਾਅਦ ਫਿਰ ਗਿਆ, ਕਹਿਣ ਲੱਗਾ ਵੀ weight ਯਾਰ ਤੇਰਾ ਘਟਿਆ ਨਹੀਂ, ਪ੍ਰਸ਼ਾਦੇ ਕਹਿੰਦਾ 6, 5, 4, 3, 2, ਹੁਣ ਮੈਂ 2 ਖਾਣਾ। ਕਹਿੰਦਾ ਫਿਰ ਪ੍ਰਸ਼ਾਦਾ 1 ਖਾਇਆ ਕਰ। ਕਹਿੰਦਾ ਡਾਕਟਰ ਜੀ ਕਿਲੋ ਆਟੇ ਦਾ 1 ਪ੍ਰਸ਼ਾਦਾ ਬਣਨਾ ਨਹੀਂ, ਇਹਨੇ ਸਾਰੇ ਆਟੇ ਦਾ 1 ਨਹੀਂ ਨਾ ਬਣਨਾ। ਪ੍ਰਸ਼ਾਦੇ ਘਟਾਏ ਨੇ, ਆਟਾ ਉਨਾ ਹੀ, 6 ਆਟਿਆਂ ਦੇ 5। ਉਹ ਬੰਦਾ ਗਿਆ ਨਾ ਪੀਜੇ ਵਾਲੇ ਕੋਲ, ਕਹਿਣ ਲੱਗਾ ਪੀਜ਼ਾ 1 ਦੇ ਲਾਰਜ, ਤੇ ਕਹਿੰਦਾ ਸਲਾਈਸਾਂ ਕਿੰਨੀਆਂ ਕਰਾਂ, 6 ਕਿ 8? ਕਹਿੰਦਾ ਨਾ ਯਾਰ 8 ਸਲਾਈਸਾਂ ਖਾਧੀਆਂ ਨਹੀਂ ਜਾਣੀਆਂ, ਸਲਾਈਸਾਂ ਇਹਦੀਆਂ 4 ਹੀ ਕਰਦੇ ਬਸ, ਪੀਜ਼ਾ ਉਨਾ ਹੀ ਹੈ, ਸਲਾਈਸਾਂ ਹੀ 4 ਹੁੰਦੀਆਂ ਨੇ। ਤਾਂ ਹੁਣ ਰੱਬ ਦੇ ਹੁਕਮ ਨੂੰ ਅਸੀਂ ਵਿਸਾਰਿਆ, ਹੁਕਮ ਨੇ ਥੋੜਾ ਵਿਸਾਰਿਆ। ਸਿਸਟਮ ਨੂੰ ਤੇ ਪਤਾ ਨਾ ਵੀ ਆਟਾ ਕਿਲੋ ਹੀ ਜਾ ਰਿਹਾ ਅੰਦਰ, ਭਾਵੇਂ 6 ਪ੍ਰਸ਼ਾਦਿਆਂ ਨਾਲ ਚਲਾ ਜਾਏ, ਭਾਵੇਂ 1 ਨਾਲ ਚਲਾ ਜਾਏ। ਤਾਂ ਗੁਰੂ ਜੀ ਕਹਿੰਦੇ ਨੇ ਜਿਸ ਨੂੰ ਕਰੇ ਰਹਿਮ ਤਿਸ ਨਾ ਵਿਸਾਰਦਾ, ਜਿਸ ਤੇ ਰਹਿਮਤ ਕਰਦਾ ਹੈ ਉਹਨੂੰ ਭੁਲਾਉਂਦਾ ਨਹੀਂ ਹੈ। ਤੇ ਜਿਹੜਾ ਰਹਿਮਤ ਦਾ ਪਾਤਰ ਬਣੇਗਾ, ਜਦੋਂ ਰੱਬ ਨੂੰ ਪਤਾ ਹੈ ਕਿ ਸਿਸਟਮ ਦੇ ਵਿੱਚ ਸਤ ਸੰਤੋਖ ਦਇਆ ਧਰਮ ਨੂੰ ਬੰਦਾ ਅਪਣਾ ਰਿਹਾ ਹੈ ਤੇ ਖੁਸ਼ੀ ਰੱਬੀ ਯਾਦ ਵਿੱਚ ਹੀ ਹੋ ਗਿਆ ਨਾ। ਤੇ ਜੇ ਈਰਖਾ ਦਵੈਸ਼ ਅਸੀਂ ਕਰ ਰਹੇ ਹਾਂ ਤੇ ਅਸੀਂ ਰੱਬ ਨੂੰ ਭੁਲਾਇਆ ਵੀ ਹੋਇਆ, ਤੇ ਫਿਰ ਕੀ ਹੈ? ਸਿਸਟਮ ਨੂੰ ਤੇ ਪਤਾ ਹੈ ਨਾ ਈਰਖਾ ਦਵੈਸ਼ ਦਾ ਰਿਜ਼ਲਟ ਤਾਂ ਉਹ ਹੀ ਨਿਕਲਣਾ ਹੈ। ਤਾਂ ਗੁਰੂ ਜੀ ਕਹਿੰਦੇ ਨੇ ਜਿਸ ਬੰਦੇ ਤੇ ਪ੍ਰਭੂ ਮਿਹਰ ਕਰਦਾ ਹੈ ਉਹਨੂੰ ਭੁਲਾਉਂਦਾ ਨਹੀਂ ਹੈ। ਇਸ ਲਈ ਅਸੀਂ ਰੱਬ ਦੀ ਰਹਿਮਤ ਦੇ ਪਾਤਰ ਬਣਨਾ ਹੈ। ਆਪ ਉਪਾਵਨ ਹਾਰ ਆਪੇ ਹੀ ਮਾਰਦਾ, ਜੀਵਾਂ ਨੂੰ ਪੈਦਾ ਕਰਨ ਵਾਲਾ ਵੀ ਆਪ ਹੈ ਔਰ ਜੀਵਾਂ ਨੂੰ ਮਾਰਨ ਵਾਲਾ ਵੀ ਆਪ ਹੈ। ਹੁਣ ਇਹਦਾ ਮਤਲਬ ਇਹ ਨਹੀਂ ਕਿ ਰੱਬ ਆਣ ਕੇ ਗਾਲ ਘੁੱਟ ਕੇ ਮਾਰਦਾ ਹੈ ਤੇ ਨਰਸ ਬਣ ਕੇ ਕਿਸੇ ਨੂੰ ਜਨਮ ਦਿੰਦਾ ਹੈ। ਯਾਨੀ ਰੱਬੀ ਸਿਸਟਮ ਦੇ ਅੰਦਰ ਹੈ ਜੀਵਨ ਵੀ ਔਰ ਮੌਤ ਵੀ, ਕਿਸੇ ਦੇਵੀ ਦੇਵਤੇ ਦੇ ਹੱਥ ਵਿੱਚ ਨਹੀਂ ਹੈ। ਰੱਬੀ ਹੁਕਮ ਦੇ ਅੰਦਰ ਜੀਵ ਪੈਦਾ ਹੋ ਰਹੇ ਨੇ, ਰੱਬੀ ਹੁਕਮ ਦੇ ਅੰਦਰ ਮਰ ਰਹੇ ਨੇ। ਤਾਂ ਜਨਮ ਔਰ ਮੌਤ ਪ੍ਰਭੂ ਦੇ ਹੁਕਮ ਵਿੱਚ ਹੈ। ਇਸ ਦਾ ਭਾਵ ਆਪ ਪਾਵਨਹਾਰ, ਆਪੇ ਹੀ ਮਾਰਦਾ, ਆਪ ਹੀ ਪੈਦਾ ਕਰਨ ਵਾਲਾ ਹੈ, ਆਪ ਹੀ ਮਾਰਨ ਵਾਲਾ ਹੈ। ਮੀਨਸ ਕਿ ਜਨਮ ਔਰ ਮੌਤ ਪ੍ਰਭੂ ਦੇ ਹੁਕਮ ਵਿੱਚ ਹੈ। ਸਭ ਕੁਛ ਜਾਣੈ ਜਾਣ ਬੁੱਝ ਵਿਚਾਰਦਾ। ਇੱਥੇ ਜਾਣ ਦਾ ਮਤਲਬ ਹੈ ਜਾਣਨ ਵਾਲਾ, ਕਿਉਂਕਿ ਜਾਣ ਦੇ ਨਾਣੇ ਥੱਲੇ ਔਂਕੜ ਹੈ। ਜਾਣੂ, ਜਾਣਨ ਵਾਲਾ, ਅੰਤਰਜਾਮੀ। ਬੁੱਝ ਦਾ ਮਤਲਬ ਬੁੱਝ ਕੇ, ਸਮਝ ਕੇ। ਸਭ ਕੁਛ ਜਾਣੈ ਜਾਣ, ਉਹ ਅੰਤਰਜਾਮੀ ਪ੍ਰਭੂ ਸਾਰਿਆਂ ਦੇ ਦਿਲ ਦੀ ਗੱਲ ਨੂੰ ਜਾਣਦਾ ਹੈ। ਬੁੱਝ ਵਿਚਾਰਦਾ ਦਾ ਮਤਲਬ ਸਮਝ ਕੇ ਵਿਚਾਰ ਕਰਦਾ ਹੈ। ਵਿਚਾਰ ਕਰਦਾ ਦਾ ਮਤਲਬ ਫਲ ਦਿੰਦਾ ਹੈ। ਹੁਣ ਸਾਰਿਆਂ ਦੇ ਦਿਲ ਦੀ ਗੱਲ ਨੂੰ ਜਾਣਦਾ ਹੈ ਔਰ ਸਮਝ ਕੇ ਫਲ ਦਿੰਦਾ ਹੈ। ਇਹਦਾ ਮਤਲਬ ਇਹ ਨਹੀਂ ਕਿ ਰੱਬ ਉੱਤੇ ਬੈਠਾ ਕਿਤੇ ਫਲ ਦੇ ਰਿਹਾ ਹੈ। ਹੁਣ ਰੱਬੀ ਸਿਸਟਮ ਦੇ ਅੰਦਰ ਹੈ ਕਿ ਸਭ ਕੁਝ ਜਾਣਦਾ ਹੈ ਔਰ ਜਾਣ ਕੇ ਫਲ ਦੇ ਰਿਹਾ ਹੈ ਔਰ ਬਿਲਕੁਲ ਸਹੀ ਦੇ ਰਿਹਾ ਹੈ ਔਰ ਉਹਦੇ ਨਿਆਂ ਦੇ ਅੰਦਰ ਕੋਈ ਕਮੀ ਨਹੀਂ ਹੈ। ਸਭ ਕੁਝ ਜਾਣੇ ਜਾਣ। ਹੁਣ ਤੁਸੀਂ ਆਪਣੀ ਪੈਲੀ ਦੇ ਵਿੱਚ ਬੀਜ ਦਿੱਤੀ ਕਣਕ,
ਤੇ ਪੈਲੀ ਨੂੰ ਦੱਸਣ ਦੀ ਲੋੜ ਥੋੜਾ ਵੀ ਮੈਂ ਕਣਕ ਬੀਜੀ ਹੈ। ਸਿਸਟਮ ਨੂੰ ਪਤਾ ਨਾ ਕਣਕ ਬੀਜੀ ਹੈ, ਤੇ ਉਹਨੇ ਜਾਣ ਕੇ ਸਮਝ ਕੇ ਤੇ ਕਣਕ ਹੀ ਪੈਦਾ ਕਰ ਦੇਣੀ। ਉਹਨੇ ਭੁੱਲ ਨਹੀਂ ਕਰਨੀ ਵੀ ਕਣਕ ਦੀ ਥਾਂ ਤੇ ਜੌਂ ਪੈਦਾ ਕਰ ਦੇ। ਹੁਣ ਤੁਸੀਂ ਆਪਣੇ ਅੰਦਰ ਝੂਠ ਬੋਲਿਆ ਜਾਂ ਸੱਚ ਬੋਲਿਆ, ਤੁਹਾਨੂੰ ਤੇ ਪਤਾ ਹੈ ਨਾ ਕਿ ਸੱਚ ਬੋਲਿਆ ਜਾਂ ਝੂਠ ਬੋਲਿਆ, ਤੇ ਉਹਦਾ ਫਲ ਜਿਹੜਾ ਹੈ ਸਿਸਟਮ ਦੇ ਵਿੱਚ ਸੱਚ ਜਾਂ ਝੂਠ ਤੇ ਮਿਲਣਾ ਹੈ। ਜੇ ਕਿਤੇ ਝੂਠ ਫੜਿਆ ਜਾਏਗਾ ਤੇ ਨਮੋਸ਼ੀ ਹੋਏਗੀ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਪ੍ਰਭੂ ਤੋਂ ਕੁਝ ਛੁਪਾਇਆ ਨਹੀਂ ਜਾ ਸਕਦਾ। ਉਹਦੇ ਸਿਸਟਮ ਦੇ ਅੰਦਰ ਸਾਰੇ ਕੁਝ ਚੀਜ਼ ਦਾ ਫਲ ਜਿਹੜਾ ਹੈ ਬਿਲਕੁਲ ਸਹੀ ਮਿਲਦਾ ਹੈ। ਇਸ ਲਈ ਸਾਨੂੰ ਆਪਣੇ ਕਰਮਾਂ ਵੱਲ ਧਿਆਨ ਦੇਣ ਦੀ ਜ਼ਰੂਰਤ ਹੈ। ਸਾਨੂੰ ਇਹ ਵਿਚਾਰ ਕਰਨ ਦੀ ਲੋੜ ਹੈ ਕਿ ਜੋ ਮੈਂ ਕਰਮ ਕਰ ਰਿਹਾ ਇਹਦਾ ਰਿਜ਼ਲਟ ਕੀ ਨਿਕਲੇਗਾ, ਕਿਉਂਕਿ ਚੰਗੇ ਕਰਮ ਦਾ ਰਿਜ਼ਲਟ ਬੁਰਾ ਔਰ ਬੁਰੇ ਦਾ ਰਿਜ਼ਲਟ ਚੰਗਾ ਕਦੇ ਨਹੀਂ ਨਿਕਲਦਾ ਹੁੰਦਾ। ਇਸ ਲਈ ਪ੍ਰਭੂ ਸਭ ਕੁਝ ਜਾਣਦਾ ਹੈ ਔਰ ਉਹ ਬੁੱਝ ਕੇ ਵਿਚਾਰਦਾ ਹੈ, ਭਾਵ ਹਰ ਇੱਕ ਨੂੰ ਫਲ ਦਿੰਦਾ ਹੈ। ਅਨੇਕ ਰੂਪ ਖਿਨ ਮਾਹੇ ਕੁਦਰਤ ਧਾਰਦਾ। ਕੁਦਰਤ ਦਾ ਮਤਲਬ ਕੁਦਰਤ ਵਿੱਚ, ਕੁਦਰਤ ਦੇ ਜ਼ਰੀਏ। ਇੱਕ ਪਲਕ ਦੇ ਅੰਦਰ ਕੁਦਰਤ ਦੇ ਅਨੇਕਾਂ ਰੂਪ ਬਣਾ ਲੈਂਦਾ, ਧਾਰ ਲੈਂਦਾ ਰੂਪ। ਕੁਦਰਤ ਵਿੱਚ ਅਨੇਕਾਂ ਰੂਪ ਉਹ ਧਾਰਨ ਕਰਦਾ ਹੈ। ਤਾਂ ਦੇਖੋ ਜੋ ਕੁਝ ਵੀ ਧਾਰਨ ਕੀਤਾ ਹੈ ਪ੍ਰਭੂ ਦਾ ਹੀ ਰੂਪ ਹੈ ਨਾ। ਗੁਰੂ ਜੀ ਦਾ ਪਾਵਨ ਬਚਨ ਹੈ ਨਿਰੰਕਾਰ ਆਕਾਰ ਉਪਾਇਆ। ਨਿਰਾਕਾਰ ਨੇ ਆਕਾਰ ਪੈਦਾ ਕੀਤਾ ਹੈ। ਉਹ ਆਪ ਹੀ ਨਿਰਗੁਣ ਤੋਂ ਸਰਗੁਣ ਹੋਇਆ ਹੈ, ਨਿਰਾਕਾਰ ਤੋਂ ਸਾਕਾਰ ਹੋ ਗਿਆ ਹੈ, ਆਪ ਹੀ ਅਨੇਕਾਂ ਰੂਪ ਬਣਾ ਰਿਹਾ ਹੈ। ਭਾਵ ਇਹ ਦਿਸਦਾ ਜਗਤ ਸਾਰਾ ਉਸ ਰੱਬ ਦਾ ਹੀ ਰੂਪ ਹੈ, ਰੱਬ ਤੋਂ ਵੱਖਰਾ ਨਹੀਂ ਹੈ। ਜਿਸ ਨੂੰ ਲਾਏ ਸੱਚ ਤਿਸੈ ਉਧਾਰਦਾ। ਇੱਥੇ ਸੱਚ ਦਾ ਮਤਲਬ ਹੈ ਸੱਚ ਵਿੱਚ। ਜਿਸ ਮਨੁੱਖ ਨੂੰ ਸੱਚ ਵਿੱਚ ਜੋੜਦਾ ਹੈ ਤਿਸੈ ਉਧਾਰਦਾ, ਉਹਦਾ ਉਧਾਰ ਕਰ ਦਿੰਦਾ ਹੈ, ਉਹਨੂੰ ਵਿਕਾਰਾਂ ਤੋਂ ਬਚਾ ਲੈਂਦਾ ਹੈ। ਵਿਕਾਰਾਂ ਤੋਂ ਕਿਹਨੂੰ ਬਚਾਉਂਦਾ ਹੈ? ਜਿਹਨੂੰ ਰੱਬ ਸੱਚ ਵਿੱਚ ਜੋੜਦਾ ਹੈ ਉਹਨੂੰ ਵਿਕਾਰਾਂ ਤੋਂ ਬਚਾ ਲੈਂਦਾ। ਮੀਨਸ ਜੋ ਸੱਚ ਵਿੱਚ ਜੁੜੇਗਾ ਉਹ ਇਨਸਾਨ ਵਿਕਾਰਾਂ ਤੋਂ ਬਚੇਗਾ। ਇਸ ਲਈ ਜੇ ਅਸੀਂ ਵਿਕਾਰਾਂ, ਪਾਪਾਂ, ਅਪਰਾਧਾਂ ਤੋਂ ਬਚਣਾ ਚਾਹੁੰਦੇ ਹਾਂ ਤਾਂ ਸਾਨੂੰ ਸੱਚ ਦੇ ਨਾਲ ਜੁੜਨਾ ਚਾਹੀਦਾ ਹੈ। ਇਹ ਰੱਬੀ ਨਿਯਮ ਹੈ। ਜਿਸ ਦਾ ਹੋਵੇ ਵੱਲ ਸੋ ਕਦੇ ਨਾ ਹਾਰਦਾ। ਪ੍ਰਭੂ ਜਿਹਦੇ ਵੱਲ ਹੁੰਦਾ ਹੈ ਉਹ ਕਦੇ ਵੀ ਹਾਰਦਾ ਨਹੀਂ ਹੈ, ਉਹ ਜਿੱਤ ਜਾਂਦਾ ਹੈ। ਹੁਣ ਇਹ ਚੀਜ਼ ਨੂੰ ਸਮਝ ਲੈਣਾ, ਇਹਦਾ ਮਤਲਬ ਕਿ ਰੱਬ ਤੁਹਾਡੇ ਵੱਲ ਹੋ ਗਿਆ, ਤੁਸੀਂ ਜਿੱਤ ਗਏ, ਮੇਰੇ ਵੱਲ ਨਹੀਂ ਹੋਇਆ, ਮੈਂ ਹਾਰ ਗਿਆ, ਤਾਂ ਰੱਬ ਪੱਖਪਾਤੀ ਹੈ ਕਿ ਰੱਬ ਇੱਕ ਨੂੰ ਹਰਾਉਂਦਾ ਹੈ ਤੇ ਇੱਕ ਨੂੰ ਜਿਤਾਉਂਦਾ ਹੈ। ਰੱਬ ਪੱਖਪਾਤੀ ਨਹੀਂ ਹੈ। ਵੱਲ ਦਾ ਮਤਲਬ ਹੈ ਕਿ ਜਿਹੜਾ ਰੱਬੀ ਰਜ਼ਾ ਨੂੰ ਫੋਲੋ ਕਰਦਾ ਹੈ ਉਹ ਬੰਦਾ ਜਿੱਤ ਜਾਂਦਾ ਹੈ, ਤੇ ਜਿਹੜਾ ਰੱਬੀ ਹੁਕਮ ਨੂੰ ਫੋਲੋ ਨਹੀਂ ਕਰਦਾ ਉਹ ਬੰਦਾ ਹਾਰ ਜਾਂਦਾ ਹੈ। ਮਿਸਾਲ ਵਜੋਂ ਤੁਸੀਂ ਕੋਈ ਖੇਲ ਖੇਲ ਰਹੇ ਹੋ, ਕਬੱਡੀ, ਫੁੱਟਬਾਲ, ਵਾਲੀਬਾਲ, ਕ੍ਰਿਕਟ ਵਗੈਰਾ ਕੋਈ ਵੀ, ਤੇ ਟ੍ਰੇਨਿੰਗ ਦੇਣ ਵਾਲਾ ਕੋਚ ਮੰਨ ਲਓ ਦੋਵਾਂ ਟੀਮਾਂ ਦਾ ਇੱਕੋ ਹੀ ਹੈ। ਹੁਣ ਸਕੂਲ ਦੇ ਵਿੱਚ ਹੁੰਦੇ ਨੇ ਨਾ ਕੋਚ ਹੁੰਦੇ ਨੇ, ਤੇ ਇੱਕ ਹੀ ਸਕੂਲ ਦੀਆਂ ਦੋ ਟੀਮਾਂ, ਉਹਨਾਂ ਨੂੰ ਤਿਆਰ ਤੇ ਇੱਕੋ ਬੰਦੇ ਨਹੀਂ ਕੀਤਾ ਹੁੰਦਾ ਨਾ, ਪੀਟੀਆਈ ਮਾਸਟਰ ਨੇ ਤਿਆਰ ਤੇ ਦੋਵਾਂ ਟੀਮਾਂ ਨੂੰ ਇੱਕੋ ਹੀ ਕੀਤਾ ਹੈ। ਦੋਵੇਂ ਹੀ ਬੱਚੇ, ਦੋਵਾਂ ਹੀ ਟੀਮਾਂ ਦੇ ਬੱਚੇ ਉਹਨੂੰ ਪਿਆਰੇ ਨੇ, ਤੇ ਇੱਕ ਟੀਮ ਹਾਰ ਜਾਂਦੀ ਹੈ, ਇੱਕ ਜਿੱਤ ਜਾਂਦੀ ਹੈ, ਤੇ ਹੁਣ ਉਹ ਨੰਬਰ ਦੇਣ ਵਾਲਾ ਵੀ ਉਹ ਹੀ ਹੈ ਜਿਹਨੇ ਦੋਵਾਂ ਨੂੰ ਸਿਖਾਇਆ ਹੈ। ਤੇ ਜਿਹੜੀ ਟੀਮ ਜਿੱਤ ਗਈ, ਕੀ ਪੀਟੀਆਈ ਮਾਸਟਰ ਨੇ ਜਾਂ ਉਸ ਕੋਚ ਨੇ ਜਾਂ ਰਿਜ਼ਲਟ ਕੱਢਣ ਵਾਲੇ ਬੰਦੇ ਨੇ ਪੱਖਪਾਤ ਕੀਤਾ? ਯਾਰ ਇਹਨਾਂ ਵੱਲ ਦਾ ਹੋ ਗਿਆ, ਉਹਨਾਂ ਵੱਲ ਦਾ ਤੇ ਤਾਂ ਸੀ ਵੀ ਜੇ ਗਲਤ ਬੰਦੇ ਨੂੰ ਵੀ ਜਿਤਾਉਂਦਾ, ਕਿਉਂਕਿ ਉਹਨਾਂ ਨੇ ਨਿਯਮਾਂ ਨੂੰ ਫੋਲੋ ਕੀਤਾ, ਉਹਨਾਂ ਨੇ ਗੋਲ ਜ਼ਿਆਦਾ ਕੀਤੇ ਤੇ ਉਹਨਾਂ ਦੇ ਵੱਲ ਦਾ ਫੈਸਲਾ ਦੇ ਦਿੱਤਾ ਵੀ ਬੰਦੇ ਜਿੱਤ ਗਏ। ਤਾਂ ਇਸ ਤਰ੍ਹਾਂ ਜੋ ਰੱਬੀ ਰਜ਼ਾ ਦੇ ਅੰਦਰ ਤੁਰ ਜਾਂਦਾ ਹੈ ਉਹ ਜਿੱਤ ਜਾਂਦਾ ਹੈ, ਜੋ ਰੱਬੀ ਹੁਕਮ ਤੋਂ ਉਲਟ ਜਾਂਦਾ ਹੈ ਉਹ ਹਾਰ ਜਾਂਦਾ ਹੈ। ਇਸੇ ਨੂੰ ਗੁਰੂ ਜੀ ਕਹਿੰਦੇ ਨੇ ਜਿਸ ਤੇ ਹੋਵੇ ਵੱਲ, ਕਿ ਜਿਸ ਤੇ ਵੱਲ ਹੁੰਦਾ ਹੈ, ਜਿਸ ਤੇ ਰੱਬ ਦੀ ਰਹਿਮਤ ਹੁੰਦੀ ਹੈ, ਜੋ ਰੱਬੀ ਰਜ਼ਾ ਵਿੱਚ ਤੁਰਦਾ ਹੈ ਸੋ ਕਦੇ ਨਾ ਹਾਰਦਾ, ਉਹ ਕਦੇ ਵੀ ਨਹੀਂ ਹਾਰਦਾ, ਉਹ ਜ਼ਿੰਦਗੀ ਦੇ ਅੰਦਰ ਜਿੱਤ ਜਾਂਦਾ ਹੈ। ਇਸ ਲਈ ਜੇ ਅਸੀਂ ਵੀ ਚਾਹੁੰਦੇ ਹਾਂ ਕਿ ਅਸੀਂ ਜ਼ਿੰਦਗੀ ਵਿੱਚ ਸਫਲ ਹੋਈਏ, ਅਸੀਂ ਕਦੇ ਹਾਰ ਗਏ ਨਾ, ਤਾਂ ਸਾਨੂੰ ਰੱਬ ਦੀ ਸ਼ਰਨ ਵਿੱਚ ਰਹਿਣਾ ਚਾਹੀਦਾ ਹੈ, ਰੱਬੀ ਹੁਕਮ ਵਿੱਚ ਤੁਰਨਾ ਚਾਹੀਦਾ ਹੈ, ਫਿਰ ਅਸੀਂ ਵੀ ਜਿੱਤ ਹਾਸਲ ਕਰ ਸਕਦੇ ਹਾਂ। ਸਦਾ ਅਭਾਗ ਦੀ ਬਾਣ ਹੈ ਹੋਂ ਤਿਸ ਨਮਸਕਾਰ ਦਾ। ਅਭਾਗ ਦਾ ਮਤਲਬ ਜਿਹਦਾ ਕਦੇ ਨਾਸ ਨਹੀਂ ਹੋਣਾ, ਤੇ ਦੀਵਾਨ ਦਾ ਮਤਲਬ ਦਰਬਾਰ, ਰਾਜ, ਸੱਤਿਆ। ਉਸ ਪ੍ਰਭੂ ਦਾ ਦਰਬਾਰ ਅਟਲ ਹੈ, ਉਹਦੇ ਕਾਨੂੰਨ ਸदैव ਨੇ।
ਉਹਨੇ ਕਦੀ ਖਤਮ ਨਹੀਂ ਹੋਣਾ, ਨਾਸ਼ ਨਹੀਂ ਹੋਣਾ, ਸदैव ਹੈ। ਹੋਂ ਤਿਸ ਨਮਸਕਾਰ ਦਾ ਮਤਲਬ ਮੈਂ ਉਸ ਪ੍ਰਭੂ ਨੂੰ ਨਮਸਕਾਰ ਕਰਦਾ ਹਾਂ, ਭਾਵ ਕਿ ਮੈਂ ਉਹਦੇ ਅੱਗੇ ਝੁਕਦਾ ਹਾਂ, ਉਹਦੇ ਚਰਨਾਂ ਦੀ ਸ਼ਰਨ ਵਿੱਚ ਰਹਿੰਦਾ ਹਾਂ। ਮੈਂ ਰੱਬ ਅੱਗੇ ਨਤਮਸਤਕ ਹੁੰਦਾ ਹਾਂ, ਰੱਬੀ ਹੁਕਮ ਵਿੱਚ ਤੁਰਦਾ ਹਾਂ, ਜਿਸ ਨੇ ਕਦੇ ਵੀ ਖਤਮ ਨਹੀਂ ਹੋਣਾ, ਜਿਸ ਦਾ ਦੀਵਾਨ, ਜਿਸ ਦਾ ਹੁਕਮ ਸदैव ਹੈ, ਅਟਲ ਹੈ, ਸੱਚਾ ਹੈ। ਮੈਂ ਉਹਦੇ ਚਰਨਾਂ ਦੇ ਅੰਦਰ ਝੁਕਦਾ ਹਾਂ, ਭਾਵ ਕਿ ਮੈਂ ਉਹਦੀ ਰਜ਼ਾ ਪਾਣੇ ਵਿੱਚ ਚੱਲਦਾ ਹਾਂ। ਗੁਰੂ ਪਾਤਸ਼ਾਹ ਜੀ ਰਹਿਮਤ ਔਰ ਬਖਸ਼ਿਸ਼ ਕਰਨ, ਅਸੀਂ ਗੁਰੂ ਜੀ ਦੀ ਪਾਵਨ ਬਾਣੀ ਨੂੰ ਪੜ੍ਹ ਸੁਣ ਕੇ, ਸਮਝ ਕੇ ਔਰ ਗੁਰਬਾਣੀ ਮੁਤਾਬਕ ਜ਼ਿੰਦਗੀ ਜੀ ਕੇ ਆਪਣੇ ਜੀਵਨ ਨੂੰ ਸਫਲ ਕਰ ਸਕੀਏ। ਤਾਂ ਅੱਜ ਦੀ ਵਿਚਾਰ ਇੱਥੇ ਸਮਾਪਤ ਕਰਦੇ ਹਾਂ ਜੀ। ਜਿਸ ਕਿਸੇ ਵੀਰ ਭੈਣ ਨੇ